ਹੋਕੇ ਕੈਮ ਲੱਗਣਾ ਥੋੜਾ ਟਾਈਮ ਲੱਗਣਾ ਹਾਲੇ ਮਾਈਕ ਵਗੈਰਾ ਬੈਠੀ ਲੋਟ ਕਰੇ ਬੋਲੀ ਪਾਉਣ ਦੀ ਤਿਆਰੀ ਅਮਨਜੋਤ ਕਰੇ ਉਹ ਜਰਾ ਆ ਨੀ ਉਰੇ ਗੱਲ ਗਾਂ ਨੂੰ ਤੁਰੇ ਬੋਲੀ ਤੂੰ ਵੀ ਇੱਕ ਪਾ ਦੇ ਬਲਜੀਤ ਕੁਰੇ ਵਾਹ ਜੀ ਤੂੰ ਵੀ ਵਾਹ। ਤਾਂ ਸੋਹਣਾ ਦੇ ਨੀ ਗੁਨੀਤ ਕੁਰੇ। ਤੁਸੀਂ ਸੁਣ ਰਹੇ ਹੋ ਦੁਪਹਿਰ ਵਾਲਾ ਸ਼ੋ ਕਨੈਕਟ FM 91.5 ਤੇ ਇਹ ਜਿਹੜੀ ਆਵਾਜ਼ ਤੁਸੀਂ ਹੁਣੇ ਸੁਣੀ ਸਾਡੇ ਅੱਜ ਦੇ ਖਾਸ ਮਹਿਮਾਨ, ਵੈਸੇ ਤਾਂ ਸਾਰੇ ਹੀ ਖਾਸ ਨੇ ਪਰ ਇਹ ਜ਼ਿਆਦਾ ਖਾਸ ਨੇ ਕਿਉਂਕਿ ਇਹਨਾਂ ਨੇ ਖਾਸ ਕਰਕੇ ਅੱਜ ਕੰਮ ਤੋਂ ਛੁੱਟੀ ਲੈ ਕੇ ਸਾਡਾ ਸਾਥ ਦੇਣਾ ਚਾਹਿਆ। ਬਹੁਤ ਬਹੁਤ ਸਵਾਗਤ ਹੈ ਜਗਦੇਵ ਸੇਖੋਂ ਜੀ ਦਾ। Thank you, ਔਰ thank you. ਜਗਦੇਵ ਸੇਖੋਂ ਜੀ ਦੀ ਆਵਾਜ਼ ਤੁਹਾਨੂੰ ਯਾਦ ਹੋਣੀ ਹੈ ਕਿਉਂਕਿ ਜਦੋਂ ਪਿਛਲੀ ਵਾਰੀ ਅਸੀਂ ਤੀਆਂ ਲਾਈਆਂ ਸੀ ਤਾਂ ਉਦੋਂ ਜਗਦੇਵ ਜੀ ਨੇ ਖਾਸ ਕਰਕੇ ਬੋਲੀਆਂ ਰਿਕਾਰਡ ਕਰਕੇ ਸਾਨੂੰ ਭੇਜੀਆਂ ਸੀ। ਜਗਦੇਵ ਜੀ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਇਹ ਜਿਹੜਾ ਲਿਖਣ ਦਾ ਸ਼ੌਕ ਹੈ ਕਿੱਥੋਂ ਆਇਆ? ਸ਼ੌਕ ਤਾਂ ਜੀ ਬਹੁਤ ਪਹਿਲਾਂ ਤੋਂ ਆ, ਕਾਫੀ ਪਹਿਲਾਂ ਤੋਂ ਮੇਰੇ ਖਿਆਲ 20 ਸਾਲ ਹੋ ਗਏ ਹੋਣਗੇ ਅਤੇ ਪਰ ਇੰਡੀਆ 'ਚ ਕਦੇ ਮੌਕਾ ਨਹੀਂ ਮਿਲਿਆ। ਉੱਥੇ ਲਿਖ ਕੇ ਪੇਪਰ ਵਗੈਰਾ 'ਚ ਭੇਜ ਦਿੰਦੇ ਸੀ। ਉਹ ਤੇ- ਸਾਡੇ ਫੋਨ ਵੀ ਵੱਜਣ ਲੱਗੇ ਨਾਲ ਦੀ ਨਾਲ। ਤੇ ਹਾਂਜੀ। ਹਾਂਜੀ ਫਿਰ ਉੱਥੇ ਤਾਂ ਐਵੇਂ ਮੈਂ ਪੇਪਰ ਵਗੈਰਾ 'ਚ ਮੈਂ ਭੇਜ ਦਿੰਦਾ ਸੀਗਾ ਅਤੇ ਇੱਥੇ ਆ ਕੇ ਫਿਰ ਥੋੜ੍ਹਾ ਜਿਹਾ ਮੈਨੂੰ ਮੌਕਾ ਮਿਲਿਆ। ਇੱਥੇ ਵੀ ਪਹਿਲਾਂ ਮੈਂ ਪੇਪਰ 'ਚ ਭੇਜਿਆ, ਫਿਰ ਕੁਛ ਰੇਡੀਓ ਵਗੈਰਾ 'ਚ ਦੇ ਦਿੰਦਾ ਹੁੰਦਾ ਸੀ। ਹਾਂਜੀ ਤਾਂ ਮੇਰੇ ਫਰੈਂਡ ਆ ਇੱਕ ਸਤਿੰਦਰ ਦੇਵ, ਉਹਨਾਂ ਨੇ ਮੈਨੂੰ ਉਹ ਕਹਿੰਦੇ ਰਹਿੰਦੇ ਆ ਕੁਛ ਲਿਖਣ ਨੂੰ। ਹਾਂ ਹਾਂ ਤਾਂ ਇਹਨਾਂ ਨੇ ਕੋਵਿਡ-19 ਲਈ ਉਹਨੇ ਮੈਨੂੰ ਕਿਹਾ ਤਾਂ ਮੈਂ ਲਿਖਿਆ ਅਤੇ ਮੈਂ ਇੱਥੇ ਕਨੈਕਟ FM ਨੂੰ ਭੇਜਤਾ। ਜੀ, ਤੁਸੀਂ ਫਿਰ ਉਹਦੀ ਬਹੁਤ ਵਧੀਆ ਵੀਡੀਓ ਬਣਾਈ ਉਹ ਬਹੁਤ ਖੂਬਸੂਰਤ ਤੇ ਬਣਿਆ ਹਾਂਜੀ, ਸੀ। ਅਤੇ ਉਹਨੇ ਹਾਂਜੀ। ਫਿਰ ਕਾਫੀ ਵਧੀਆ ਹੋ ਗਿਆ, ਮੈਨੂੰ ਵੀ ਵਧੀਆ ਹੋਇਆ। ਅਤੇ ਔਰ ਬਾਕੀ ਮੇਰੀ ਕਿਸਮਤ ਹੈ ਜੀ, ਮੈਂ 4 ਲਾਈਨਾਂ ਹਜੇ ਲਿਖੀਆਂ ਨਹੀਂ ਅਤੇ ਤੁਹਾਡੇ ਸਾਹਮਣੇ ਬੈਠਣ ਦਾ ਮੌਕਾ ਮਿਲ ਗਿਆ। ਸਾਡੀਆਂ ਤੁਸੀਂ ਤੀਆਂ ਦੇ ਵਿੱਚ 4 ਚੰਨ ਲਾ ਰਹੇ ਹੋ ਅੱਜ। ਹੋਰ ਵੀ ਤੁਹਾਡੇ ਟੀਮ ਦੇ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੂੰ ਮਿਲਾ ਦਿਆਂ। ਅਮਨਜੋਤ ਜੀ ਇੱਕ ਵਾਰੀ ਫੇਰ ਵਾਪਸ ਆਏ ਨੇ ਕਿਉਂਕਿ ਬੋਲੀਆਂ ਬਹੁਤ ਸੋਹਣੀਆਂ ਪਾਉਂਦੇ ਨੇ। ਅਮਨਜੋਤ ਬਹੁਤ ਬਹੁਤ ਸਵਾਗਤ ਹੈ। ਬਲਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਈ ਵਿਸ਼ ਐਵਰੀਬਡੀ ਕੁਡ ਸੀ ਯੂ ਗਾਇਜ਼। ਆਪਾਂ ਅੱਜ ਸਾਰੇ ਇੰਨੇ ਜ਼ਿਆਦਾ ਸੋਹਣੇ ਲੱਗ ਰਹੇ ਨਾ, ਸਾਰਿਆਂ ਨੇ ਸੂਟ ਪਾਏ ਹੋਏ। ਗੁਨੀਤ ਵੀ ਆਏ ਨੇ। ਗੁਨੀਤ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਤੁਹਾਨੂੰ। ਤੀਆਂ ਦੀਆਂ ਰੌਣਕਾਂ ਉਦੋਂ ਅਧੂਰੀਆਂ ਰਹਿ ਗਈਆਂ। ਹਾਂਜੀ, ਕਿੰਨਾ ਵੈਸੇ ਹੈਰਾਨੀ ਦੀ ਗੱਲ ਹੈ ਕਿ ਲੋਕੀ ਕਿੰਨੀ ਸ਼ਿਕਾਇਤ ਕਰ ਰਹੇ ਸੀ ਕਿ ਸਾਨੂੰ ਮੌਕਾ ਨਹੀਂ ਮਿਲਿਆ, ਸਾਨੂੰ ਮੌਕਾ ਨਹੀਂ ਮਿਲਿਆ। ਔਰ ਟ੍ਰੈਡੀਸ਼ਨਲੀ ਅਜੇ ਦੇਖਿਆ ਜਾਵੇ ਤਾਂ ਤੀਆਂ ਆਮ ਤੌਰ 'ਤੇ 14-15 ਦਿਨ ਤਾਂ ਚੱਲਦੀਆਂ ਹੀ ਹੁੰਦੀਆਂ ਸੀ। ਸੋ ਆਪਾਂ ਆਗਾਜ਼ ਕਰ ਦਿੱਤਾ ਸੀ, ਅੱਜ ਉਹਦਾ ਅੰਜਾਮ ਹੋਣਾ। ਸੋ ਤੀਆਂ ਬਾਰੇ ਜੋ ਚੀਜ਼ਾਂ ਰਹਿ ਗਈਆਂ ਜਿਹੜੀਆਂ ਨਹੀਂ ਸੀ ਸਾਂਝੀਆਂ ਹੋਈਆਂ ਅਮਨਜੋਤ, ਉਹ ਵੀ ਡੈਫੀਨੇਟਲੀ ਸਾਂਝੀਆਂ ਕਰਾਂਗੇ। ਬਿਲਕੁਲ, ਕਿਉਂਕਿ ਮੈਂ ਕਾਫੀ ਕੁਝ ਪੜ੍ਹ ਕੇ ਆਈ ਸੀ ਉਸ ਦਿਨ ਵੀ, ਮੈਂ ਕਾਫੀ ਰਿਸਰਚ ਕਰਕੇ ਆਈ ਸੀ। ਮੈਂ ਕਿਹਾ ਗੱਲ ਕਰਾਂਗੇ ਵੀ ਤੀਆਂ ਕਿੱਦਾਂ, ਕੀ ਹਿਸਟਰੀ ਹੈ, ਕਿਵੇਂ ਸ਼ੁਰੂ ਹੋਈਆਂ। ਪਰ ਉਸ ਦਿਨ ਆਪਣੇ ਕਾਲਰਸ ਹੀ ਬਹੁਤ ਜ਼ਿਆਦਾ ਸੀਗੇ, ਆਪਾਂ ਨੂੰ ਟਾਈਮ ਹੀ ਨਹੀਂ ਇੰਨਾ ਮਿਲਿਆ। ਤਾਂ ਅੱਜ ਆਪਾਂ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ ਵੀ ਕਿਸ ਤਰ੍ਹਾਂ ਤੀਆਂ ਕਿਵੇਂ ਚੱਲੀਆਂ, ਕਿਵੇਂ ਸ਼ੁਰੂ ਹੋਈਆਂ ਅਤੇ ਕਿਵੇਂ ਉਹਨਾਂ ਦਾ ਰੂਪ ਬਦਲਦਾ ਆ। ਅੱਜ ਅਸੀਂ ਇਸ ਤਰ੍ਹਾਂ ਤੀਆਂ ਮਨਾਉਂਦੇ ਹਾਂ। ਜੇ ਆਪਾਂ ਹਿਸਟਰੀ ਵੱਲ ਥੋੜ੍ਹਾ ਜਿਹਾ ਦੇਖੀਏ ਤਾਂ ਇੱਕ ਦੰਤ ਕਥਾ ਦੇ ਅਕੋਰਡਿੰਗਲੀ ਜਦੋਂ ਪਹਿਲਾਂ ਮੁਗਲ ਰਾਜਿਆਂ ਦਾ ਰਾਜ ਸੀ ਜੀ, ਉਸ ਟਾਈਮ ਔਰਤਾਂ ਦੀ ਖਰੀਦੋ ਫਰੋਖਤ ਚੱਲਦੀ ਸੀ ਅਤੇ ਉਹ ਕਾਫੀ ਟਾਈਮ ਚੱਲਦੀ ਵੀ ਰਹੀ। ਪਰ ਉਹਦਾ ਫਿਰ ਹੌਲੀ ਹੌਲੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਸਮਾਜ 'ਚ। ਕਈ ਔਰਗਨਾਈਜੇਸ਼ਨਜ਼ ਉਹਦੇ ਖਿਲਾਫ ਖੜੀਆਂ ਹੋਈਆਂ, ਔਰਤਾਂ ਨੇ ਵੀ ਕਾਫੀ ਵਿਰੋਧ ਕੀਤਾ ਅਤੇ ਅੰਤ ਉਹ ਖ਼ਤਮ ਹੋ ਗਈ। ਅਤੇ ਉਸੇ ਚੀਜ਼ ਦਾ ਜਸ਼ਨ ਮਨਾਉਣ ਲਈ ਫਿਰ ਤੀਆਂ ਸ਼ੁਰੂ ਹੋਈਆਂ। ਅੱਛਾ। ਅਤੇ ਕਿਉਂਕਿ ਉਹ ਗੁਲਾਮੀ ਤੋਂ ਆਜ਼ਾਦ ਹੋਈਆਂ ਔਰਤਾਂ, ਅਤੇ ਇੱਕ ਤਰ੍ਹਾਂ ਨਾਲ ਤੀਆਂ ਨੇ ਜਿਹੜੀਆਂ ਉਹ ਔਰਤ ਦੀ ਆਜ਼ਾਦੀ ਦਾ ਪ੍ਰਤੀਕ ਨੇ, ਬਿਲਕੁਲ ਪੰਜਾਬਣਾਂ ਦੀ ਆਜ਼ਾਦੀ ਦਾ ਪ੍ਰਤੀਕ ਨੇ। ਐਬਸੋਲੂਟਲੀ, ਕਿਉਂਕਿ ਜਦੋਂ ਤੀਆਂ ਮਨਾਈਆਂ ਜਾਂਦੀਆਂ ਨੇ ਦਿਲ ਦੀ ਗੱਲ ਜਿਹੜੀ ਹੈ ਤੁਸੀਂ ਬੇਝਿਜਕ ਹੋ ਕੇ ਸਾਂਝੀ ਕਰਦੇ ਹੋ। ਉਹ ਜਿਹੜੀ ਦਿਲ ਦੀ ਗੱਲ ਹੈ ਉਸੇ ਸੈਲੀਬ੍ਰੇਸ਼ਨ ਦੇ ਅੰਦਰ ਰਹਿ ਜਾਂਦੀ ਹੈ, ਸਮਾ ਜਾਂਦੀ ਹੈ, ਉੱਥੋਂ ਬਾਹਰ ਨਹੀਂ ਜਾਂਦੀ। ਔਰ ਵੈਸੇ ਜੇ ਦੇਖਿਆ ਜਾਵੇ, ਔਰ ਇਹ ਜਦੋਂ ਆਪਾਂ ਤੀਆਂ ਸ਼ੁਰੂ ਕੀਤੀਆਂ ਉਦੋਂ ਵੀ ਇਹ ਗੱਲ ਹੋਈ ਸੀ ਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਉਸ ਜ਼ਮਾਨੇ ਦੇ ਵਿੱਚ ਔਰਤਾਂ ਨੂੰ ਖੁੱਲ੍ਹ ਨਹੀਂ ਸੀ, ਆਜ਼ਾਦੀ ਨਹੀਂ ਸੀ। ਪਰ ਜੇ ਦੇਖਿਆ ਜਾਵੇ ਤਾਂ 14-15 ਦਿਨ ਔਰਤਾਂ ਆਪਣੀਆਂ ਸਹੇਲੀਆਂ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ ਇਕੱਠੀਆਂ ਹੋ ਕੇ ਕੁੜੀਆਂ ਤੀਆਂ ਮਨਾਉਂਦੀਆਂ ਹੁੰਦੀਆਂ ਸੀ। ਔਰ ਮੇਰੇ ਖਿਆਲ ਹੈ ਕਿ ਵਿਮਨ ਐਮਪਾਵਰਮੈਂਟ ਉਸ ਟਾਈਮ ਤੋਂ ਸ਼ੁਰੂ ਹੋ ਚੁੱਕੀ ਸੀ। ਯੂ ਕੈਨ ਸੇ ਹਾਂਜੀ। ਅੱਛਾ, ਇੱਕ ਆਮ ਤੌਰ 'ਤੇ ਪੇਕੇ ਘਰ ਆਉਂਦੀਆਂ ਸੀ ਕੁੜੀਆਂ, ਹੈ ਨਾ, ਅਤੇ ਉੱਥੇ ਮਨਾਉਂਦੀਆਂ ਹੁੰਦੀਆਂ ਸੀ ਕਿਉਂਕਿ ਸੱਸਾਂ ਤੋਂ ਦੂਰ ਜਾ ਕੇ ਥੋੜ੍ਹੀ ਜਿਹੀ ਬ੍ਰੇਕ ਮਿਲ ਜਾਂਦੀ ਸੀ ਘਰ ਦੇ ਕੰਮਾਂ ਤੋਂ। ਐਂਡ ਦੈਟਸ ਵਾਟ ਹਾਊ ਦੇ ਸੈਲੀਬ੍ਰੇਟਡ। ਪਰ ਅਮਨਜੋਤ, ਜਿਹੜੀਆਂ ਕੁੜੀਆਂ ਨਹੀਂ ਸੀ ਆ ਸਕਦੀਆਂ, ਆਪਾਂ ਉਹ ਗੱਲ ਕਰਨੀ ਸੀ ਵੀ ਉਹਨਾਂ ਵਾਸਤੇ ਵੀ ਕੁਝ ਖਾਸ ਕੀਤਾ ਜਾਂਦਾ। ਉਹਨਾਂ ਵਾਸਤੇ ਇਹ ਖਾਸ ਸੀ ਕਿ ਉਹਨਾਂ ਦੇ ਜਿਹੜੇ ਪੇਕੇ ਸੀ ਉਹ ਜਾਂ ਤਾਂ ਉਹਨਾਂ ਦਾ ਬ੍ਰਦਰ ਜਾਂਦਾ ਸੀ, ਕਈ ਵਾਰ ਪੇਰੈਂਟਸ ਜਾਂਦੇ ਸੀ, ਜਾ ਕੇ ਫਿਰ ਉਹਨਾਂ ਨੂੰ ਸੰਧਾਰਾ ਦੇ ਕੇ ਆਉਂਦੇ ਸੀ। ਜੀ, ਮਤਲਬ ਕਿ ਖਾਣ ਪੀਣ ਦਾ ਸਮਾਨ ਹੋ ਗਿਆ, ਕੱਪੜੇ ਹੋ ਗਏ, ਬਹੁਤ ਕੁਛ ਉਹਦੇ 'ਚ ਹੁੰਦਾ ਸੀ, ਤਾਂ ਕਿ ਉਹ ਕੁੜੀ ਜੇ ਨਹੀਂ ਵੀ ਆ ਸਕੀ ਤਾਂ ਆਪਣੇ ਵੱਲੋਂ ਆਪਣਾ ਪਿਆਰ ਉਹਨੂੰ ਭੇਜ ਦਿੰਦੇ ਸੀ ਕਿਸੇ ਨਾ ਕਿਸੇ ਫਾਰਮ 'ਚ। ਬਲਜੀਤ ਜੀ, ਤੁਹਾਡੀਆਂ ਕੋਈ ਯਾਦਾਂ ਜੁੜੀਆਂ ਨੇ ਤੀਆਂ ਦੇ ਨਾਲ? ਆਪਣੇ ਮਦਰ ਤੋਂ ਸੁਣਿਆ ਹੋਵੇ, ਉਹ ਆਪਣੇ ਵੱਡਿਆਂ ਤੋਂ ਸੁਣਿਆ ਹੋਵੇ।
ਮੈਂ ਸਿਰਫ ਆਪਣੇ ਮੇਰੇ ਮਦਰ ਨੇ ਮੇਰਾ ਖਿਆਲ ਬਹੁਤ ਘੱਟ ਉਸ ਟਾਈਮ ਆਈ ਨੋ ਕਦੇ ਉਹਨਾਂ ਦੇ ਕੋਲ ਸੁਣਿਆ ਨਹੀਂ, ਪਰ ਮੈਂ ਵੈਸੇ ਆਪਣੇ ਨਾਨਕਿਆਂ ਦੇ ਘਰ ਧੀਆਂ ਪੈਂਦੀਆਂ ਦੇਖੀਆਂ ਆ। ਅੱਛਾ। ਯਾ ਉਹ ਮੇਰਾ ਖਿਆਲ ਸਾਵਣ ਦਾ ਮਹੀਨਾ ਹੁੰਦਾ ਸੀ, ਸਾਵਣ ਦੇ ਮਹੀਨੇ ਦੇ ਵਿੱਚ ਮੀਂਹ ਪਾਉਣ ਦੇ ਲਈ ਵੀ ਇਹ ਵੀ ਇੱਕ ਹੈਗੀ ਮੇਰੇ ਖਿਆਲ ਜਦੋਂ ਕਾਫੀ ਸੋਕਾ ਪੈ ਜਾਵੇ ਸਮਥਿੰਗ ਕਿ ਤੁਸੀਂ ਬਾਰਿਸ਼ ਨਹੀਂ ਪੈ ਰਹੀ, ਉਸ ਟਾਈਮ ਵੀ ਉਹ ਹੁੰਦਾ ਸੀ ਕਿ ਇਕੱਠੀਆਂ ਹੋ ਕੇ ਗਿੱਧਾ ਗੁੱਡੀ ਫੂਕਦੀਆਂ ਹੁੰਦੀਆਂ ਸੀ। ਉਹ ਚੀਜ਼ ਮੈਂ ਅੱਖੀ ਦੇਖੀ ਹੋਈ ਆ, ਉਸ ਤੋਂ ਬਾਅਦ ਕਦੇ ਮੌਕਾ ਨਹੀਂ ਮਿਲਿਆ। ਅੱਛਾ। ਯਾ ਸੋ ਮੇਰਾ ਐਕਸਪੀਰੀਅੰਸ ਹੈਗਾ ਕਿ ਮੈਂ ਦੇਖਿਆ ਹੋਇਆ ਕਿ ਕਿੱਦਾਂ ਕੁੜੀਆਂ ਗਿੱਧਾ ਪਾਉਂਦੀਆਂ ਸੀ। ਤੁਸੀਂ ਇੱਥੋਂ ਵਾਲੇ ਮੇਲੇ ਵੀ ਦੇਖੇ ਨੇ ਪਿਛਲੇ 20-25 ਸਾਲਾਂ ਤੋਂ, ਜੋ ਜਿੱਦਾਂ ਇੱਥੇ ਤੀਆਂ ਮਨਾਈਆਂ ਜਾਂਦੀਆਂ ਉਹ ਵੀ ਤੁਸੀਂ ਦੇਖਿਆ। ਹਾਂਜੀ ਹਾਂਜੀ। ਇੱਥੋਂ ਵਾਲਾ ਤਜਰਬਾ ਜੇ ਕੰਪੇਅਰ ਕਰਨਾ ਹੋਵੇ ਤਾਂ ਕਿਹੋ ਜਿਹਾ ਹੈ? ਕਮਰਸ਼ਲਾਈਜੇਸ਼ਨ ਥੋੜੀ ਜ਼ਿਆਦਾ ਹੈ? ਬਿਲਕੁਲ, ਮੇਰਾ ਖਿਆਲ ਹੈ ਕਿ ਟੋਟਲੀ ਡਿਫਰੈਂਟ ਹੈ, ਕੋਈ ਸਿਮਿਲੈਰਿਟੀ ਨਹੀਂ ਹੈਗੀ ਇਹਦੇ ਵਿੱਚ। ਹੁਣ ਤਾਂ ਸਿਰਫ ਇਹ ਆ ਕਿ ਇੱਥੇ ਜਦੋਂ ਆਪਾਂ ਤੀਆਂ ਦੇ ਮੇਲੇ 'ਤੇ ਜਾਂਦੇ ਮੋਸਟਲੀ ਸਿੰਗਰਸ ਇੰਡੀਆ ਤੋਂ ਆਉਂਦੇ ਨੇ, ਉਹੀ ਆ ਮੇਰਾ ਖਿਆਲ ਉਸੇ ਚੀਜ਼ ਨਾਲ ਜੋੜ ਦਿੱਤਾ ਗਿਆ ਕਿ ਇੰਡੀਆ ਤੋਂ ਸਿੰਗਰਸ ਆਉਂਦੇ ਨੇ ਔਰ ਲੇਡੀਜ਼ ਰੈਡੀ ਹੋ ਕੇ ਉਹ ਤੀਆਂ ਦਾ ਮੇਲਾ ਕਹਿ ਲਓ ਕਿ ਕਿਉਂਕਿ ਹਰ ਸਾਲ ਸਭ ਨੂੰ ਪਤਾ ਕਿ ਇੱਥੇ ਸਰੀ ਦੇ ਵਿੱਚ ਲੱਗਦਾ ਹੀ ਲੱਗਣਾ ਉਸ ਚੀਜ਼ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ। ਪਰ ਇੱਕ ਚੀਜ਼ ਮੇਰੇ ਮਾਈਂਡ ਵਿੱਚ ਇਹ ਹੈਗੀ ਆ ਕਿ ਐਟਲੀਸਟ ਕਿਸੇ ਨਾ ਕਿਸੇ ਤਰੀਕੇ ਉਹ ਤੀਆਂ ਦਾ ਨਾਮ ਚੱਲ ਰਿਹਾ ਹੁਣ ਤੱਕ। ਹੁਣ ਦੇ ਬੱਚਿਆਂ ਨੂੰ ਤੀਆਂ ਚਾਹੇ ਨਹੀਂ ਪਤਾ ਪਰ ਉਹ ਰਿਲੇਟ ਕਰ ਸਕਦੇ ਨੇ ਕਿ ਕੁਛ ਹੈ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਫਾਰਮ ਜ਼ਰੂਰ ਬਦਲ ਗਈ ਆ, ਉਹ ਬਦਲਣੀ ਵੀ ਚਾਹੀਦੀ ਆ ਕਿਉਂਕਿ ਟਾਈਮ ਦੇ ਅਕੋਰਡਿੰਗਲੀ ਸਭ ਕੁਛ ਇਵੋਲਵ ਹੋ ਰਿਹਾ। ਸੋ ਸਿੰਗਰਸ ਨਾਲ ਰਿਲੇਟਡ ਹੋ ਗਿਆ ਕਿ ਉਹ ਸਿੰਗਰਸ ਨੇ ਲੇਡੀ ਸਿੰਗਰਸ ਨੇ ਮੋਸਟਲੀ ਬੋਲੀਆਂ ਪਾ ਦਿੱਤੀਆਂ ਤੇ ਹੇਠਾਂ ਪੂਰਾ ਹਾਲ ਨੱਚ ਰਿਹਾ ਆ। ਦੈਟਸ ਆਈ ਥਿੰਕ ਆਈ ਸੌ ਦਿਸ। ਜਿੱਦਾਂ ਮੈਂ ਹੁਣ ਰੀਸੈਂਟਲੀ ਆਈ ਹਾਂ ਇੰਡੀਆ ਤੋਂ ਤੇ ਉੱਥੇ ਤੀਆਂ ਜਿੱਦਾਂ ਪਿੰਡਾਂ ਦਾ ਮੈਨੂੰ ਨਹੀਂ ਪਤਾ ਪਰ ਸ਼ਹਿਰਾਂ 'ਚ ਨਹੀਂ ਹੁੰਦੀਆਂ ਹੁਣ। ਬਿਲਕੁਲ ਹਾਂ। ਜਿਹੜੀ ਸੈਲੀਬ੍ਰੇਸ਼ਨ ਆ ਉੱਥੇ ਬਸ ਉਹ ਤਿਆਰ ਹੋ ਕੇ ਆ ਜਾਂਦੇ ਆ, ਡਰੈਸ ਕੋਡ ਆ ਉਹਨਾਂ ਨੂੰ ਇੰਨਾ ਪਤਾ ਹੈ ਕਿ ਬਈ ਟ੍ਰੈਡੀਸ਼ਨਲ ਪਾਉਣਾ ਹੈ, ਪਰ ਕਰਨਾ ਕੀ ਹੈ ਆ ਨਹੀਂ ਪਤਾ ਹੁੰਦਾ ਉਹਨਾਂ ਨੂੰ। ਉਹ ਸਗੋਂ ਇੱਥੇ ਮੈਨੂੰ ਜ਼ਿਆਦਾ ਲੱਗਦਾ ਆ ਪੀਪਲ ਸਟਿਲ ਫੋਲੋ, ਜਿੱਦਾਂ ਚਾਹੇ ਸਿੰਗਰ ਹੀ ਬੁਲਾ ਕੇ ਜਿੱਦਾਂ ਬਲਜੀਤ ਜੀ ਕਹਿ ਰਹੇ ਐਟਲੀਸਟ ਉਹ ਐਸੈਂਸ ਤਾਂ ਹੈਗੀ ਆ ਹਲੇ ਵੀ, ਸੋ ਦੈਟ ਲੋਕੀ ਜਾ ਕੇ ਸੁਣਦੇ ਆ ਵੀ ਕੀ ਆ ਦੇਖਦੇ ਆ। ਤੁਸੀਂ ਪਹਿਲਾਂ ਸੂਟ ਤਿਆਰ ਕਰਦੇ ਹੋ, ਇੰਨੇ ਚਾਅ ਹੁੰਦੇ ਆ, ਤੁਸੀਂ ਪਹਿਲਾਂ ਹੀ ਜ਼ਿੰਮੇਵਾਰੀਆਂ ਲਾਈਆਂ ਹੁੰਦੀਆਂ ਨੇ ਕਿ ਬੱਚਿਆਂ ਨੂੰ ਕਿੰਨੇ ਸਾਂਭਣਾ, ਤੁਸੀਂ ਆਪਣੀਆਂ ਫਰੈਂਡਸ ਨਾਲ ਜਾ ਕੇ ਆਰਾਮ ਨਾਲ ਇੰਜੋਏ ਕਰਨਾ ਔਰ ਪੂਰੀ ਤਰ੍ਹਾਂ ਕਰਨਾ। ਔਰ ਦੂਸਰੀ ਗੱਲ ਮੇਰੇ ਖਿਆਲ ਕੰਪੀਟੀਸ਼ਨਸ ਵੀ ਹੁੰਦੇ ਨੇ ਕਿ ਜਿਹੜਾ ਬੈਸਟ ਪੰਜਾਬੀ ਕਲਚਰ ਨਾਲ ਰਿਲੇਟਡ ਸਾਰਾ ਕੁਝ ਪਾ ਕੇ ਆਇਆ ਹੋਏਗਾ ਤਾਂ ਮੇਰੇ ਖਿਆਲ ਪ੍ਰਾਈਜ਼ ਵਗੈਰਾ ਵੀ ਰੱਖੇ ਹੁੰਦੇ ਆ। ਆਈ ਥਿੰਕ ਦੈਟਸ ਪਾਰਟ ਆਈ ਥਿੰਕ ਆਈ ਲਾਈਕ ਦੈਟ। ਆ ਜਿਹੜੀ ਕੰਪੀਟੀਸ਼ਨ ਵਾਲੀ ਪ੍ਰਥਾ ਹੈ ਇਹ ਉਦੋਂ ਤੋਂ ਚੱਲਦੀ ਆਈ ਆ। ਆਖਰੀ ਦਿਨ ਜਿਹੜਾ ਹੁੰਦਾ ਸੀ ਤੀਆਂ ਦਾ, ਇਹ ਮੈਂ ਸੁਣਿਆ ਪੜ੍ਹਿਆ, ਮੈਨੂੰ ਪਤਾ ਨਹੀਂ ਮੈਂ ਕਿਹੜਾ ਦੇਖਿਆ ਨਾ ਪਰ ਇਹ ਪੜ੍ਹਿਆ ਕਿ ਕੰਪੀਟੀਸ਼ਨ ਜਿਹੜੇ ਹੁੰਦੇ ਸੀ ਨਾ ਉਹਦੇ 'ਚ ਵਿਨਰ ਚੁਣਦੇ ਹੁੰਦੇ ਸੀ। ਫਿਰ ਇੱਕ ਜਣਾ ਗਰੂਮ ਬਣਦਾ ਸੀ, ਇੱਕ ਜਣਾ ਬਰਾਈਡ ਬਣਦੇ ਹੁੰਦੇ ਸੀ। ਫਿਰ ਉਹਨਾਂ ਨੂੰ ਅਗਲੇ ਸਾਲ ਸਭ ਤੋਂ ਪਹਿਲਾਂ ਪੀਂਘ ਝੂਲਣ ਦਾ ਮੌਕਾ ਮਿਲਦਾ ਹੁੰਦਾ ਸੀ। ਸੋ ਦੈਟਸ ਕੁਆਇਟ ਇਨਕ੍ਰੈਡੀਬਲ। ਔਰ ਕੰਪੀਟੀਸ਼ਨ ਹੁੰਦਾ ਸੀ ਵੀ ਇੱਕ ਪੀਂਘ ਸਭ ਤੋਂ ਉੱਚੀ ਜਿਹੜੀ ਹੈ ਕੌਣ ਲੈ ਕੇ ਜਾਊਗਾ, ਹੈ ਨਾ। ਔਰ ਕਿੰਨੀ ਸਟਰੈਂਥ ਲੱਗਦੀ ਹੋਣੀ ਉਹ ਪੀਂਘ ਨੂੰ ਉੱਚਾ ਲਿਜਾਣ ਵਾਸਤੇ। ਕੁੜੀਆਂ ਮੈਂ ਸੁਣਿਆ ਕਿ ਇੰਨੀ ਉੱਚੀ ਪੀਂਘਾਂ ਝੂਟਦੀਆਂ ਸੀ ਜਿਵੇਂ ਇੱਕ ਦਰਖਤ ਤੇ ਪੀਂਘ ਪਾਈ ਹੁੰਦੀ ਸੀ, ਉਹ ਜਦੋਂ ਪੀਂਘ ਝੂਟਦੀਆਂ ਸੀ ਦੂਸਰੀ ਦਰਖਤ ਤੱਕ ਪਹੁੰਚ ਕੇ ਪੱਤੇ ਤੋੜ ਲਿਆਉਂਦੀਆਂ। ਕੰਪੀਟੀਸ਼ਨ ਸੀ ਕਿ ਪੱਤਾ ਕੌਣ ਤੋੜ ਕੇ ਲੈ ਕੇ ਆਉਂਦਾ, ਕੌਣ ਪੱਤਾ ਤੋੜ ਕੇ ਲੈ ਕੇ ਆਉਂਦਾ। ਕੁੜੀਆਂ ਨਾ ਖੜੇ ਹੋ ਕੇ ਪੀਂਘ ਚੜਾਉਂਦੀਆਂ ਔਰ ਦੋ ਚੜਾਉਂਦੀਆਂ ਹੁੰਦੀਆਂ ਸੀ। ਦੇਖਿਆ ਹੋਇਆ। ਦੁਪਹਿਰ ਵਾਲਾ ਸ਼ੋਅ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ। ਅਸੀਂ ਤੀਆਂ ਦਾ ਸਿਲਸਿਲਾ ਜਿਹੜਾ 2 ਹਫ਼ਤੇ ਪਹਿਲਾਂ ਸ਼ੁਰੂ ਕੀਤਾ ਸੀ, ਅੱਜ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਅਸੀਂ ਬਿਲਕੁਲ ਪੂਰੀਆਂ ਕਰ ਦੇਣੀਆਂ। ਜੋ ਵੀ ਸ਼ਿਕਾਇਤਾਂ ਤੁਹਾਡੀਆਂ ਨੇ ਅਸੀਂ ਮਿਟਾ ਦੇਣੀਆਂ ਨੇ ਕਿਉਂਕਿ ਤੁਸੀਂ ਸ਼ਾਮਲ ਹੋਣਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਬੋਲੀਆਂ ਪਾਉਣੀਆਂ, ਗੀਤ ਸਾਂਝੇ ਕਰਨੇ ਆ, ਤੀਆਂ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨੀਆਂ। ਬਹਾਦਰ ਸਿੰਘ ਜੀ ਇਸ ਵੇਲੇ ਲਾਈਨ 'ਤੇ ਨੇ, ਦੇਖਦੇ ਹਾਂ ਉਹ ਕੀ ਕਹਿੰਦੇ ਆ। ਹੈਲੋ ਬਹਾਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਤੀਆਂ ਦੀ ਗੱਲ ਕਰਦਾ ਜੀ। ਸਾਡੇ ਪਿੰਡ ਛੋਟੇ ਛੋਟੇ ਸੀਗੇ ਤਾਂ 2-3 ਪਿੰਡਾਂ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਤੀਆਂ ਚਲਾਉਂਦੀਆਂ ਹੁੰਦੀਆਂ ਸੀ ਤੇ ਦਰਖਤ ਇੱਕ ਚੁਣਿਆ ਜਾਂਦਾ ਸੀ ਸਭ ਤੋਂ ਲੰਮਾ, ਜਿਹਦਾ 20-25 ਫੁੱਟ 20 ਫੁੱਟ ਰੱਸਾ ਲੰਮਾ ਪਵੇ। ਉਹ ਪੀਂਘ ਬਹੁਤ ਸੋਹਣੀ ਚੜ੍ਹਦੀ ਹੁੰਦੀ ਸੀਗੀ ਤੇ ਉਹ ਚੁਣਦੀਆਂ ਹੁੰਦੀਆਂ ਸੀ। ਉਹ ਇੱਕ ਵਾਰ ਹਨੇਰੀ ਆਉਣ ਨਾਲ ਉਹ ਦਰਖਤ ਟੁੱਟ ਗਈ ਟਾਹਲੀ ਤੇ ਸਾਰੀਆਂ ਕੁੜੀਆਂ ਨੇ ਬੜਾ ਮਹਿਸੂਸ ਮਨਾਇਆ ਵੀ ਸਾਡੀਆਂ ਰੌਣਕਾਂ ਇਸ ਟਾਹਲੀ ਨਾਲ ਸੀ। ਫਿਰ ਜਦੋਂ ਤੀਆਂ ਲੱਗਦੀਆਂ ਸੀ ਜੀ ਉਹ ਕੁੜੀਆਂ ਇਕੱਠੀਆਂ ਬਹੁਤ ਹੋ ਜਾਂਦੀਆਂ, 2 ਪਿੰਡਾਂ ਦੀਆਂ 3 ਦੀਆਂ। ਇੱਕ ਬਜ਼ੁਰਗ ਹੁੰਦਾ ਸੀ ਉਹ ਹੱਡੀਆਂ ਦਾ ਬਹੁਤ, ਉਹਨੂੰ ਕਹਿਣਾ ਬਾਪੂ ਜੀ ਤੁਸੀਂ ਨਾ ਜਾਇਓ, ਪਤਾ ਕੋਈ ਨਹੀਂ, ਕੋਈ ਨਾ ਕੋਈ ਅਣਗਹਿਲੀ ਹੋ ਜਾਣੀ, ਕੋਈ ਜਾਂ ਕੁਛ ਨਾ ਕੁਛ ਹੋਣਾ, ਕਿਸੇ ਨਾ ਕਿਸੇ ਲੱਗ ਜਾਣੀ। ਉਹ ਬਾਪੂ ਜੀ ਨੇ ਉਸੇ ਵੇਲੇ ਉਹਨਾਂ ਦੇ ਫੱਟੀਆਂ ਕੋੜੇ ਰੱਖੀਆਂ, ਪੈਰ ਪੂਰ ਕੋਈ ਮੋਚ ਆਉਣੀ, ਉਸੇ ਵੇਲੇ ਬੰਨ੍ਹ ਦੇਣੀ। ਤੇ ਅਸੀਂ ਨਾਲ ਹੁੰਦੇ ਸੀਗੇ ਛੋਟੇ ਵੀ, ਅਸੀਂ ਵੀ ਨਾਲ, ਸਾਡੀਆਂ ਭੂਆ ਭੈਣਾਂ ਹੁੰਦੀਆਂ ਸੀ ਨਾਲੇ। ਕੁੜੀਆਂ ਜਿਹੜੀਆਂ ਬਹੁਤ ਚਿਰ ਹੋ ਗਿਆ ਸੀ ਬੱਚਿਆਂ ਨੂੰ ਉੱਥੇ ਆ ਜਾਂਦੀਆਂ ਨੇ, ਅਸੀਂ ਬੱਚੇ ਉਹਨਾਂ ਦੇ ਬੱਚੇ ਇਹਦਾ ਮਿਲਣਾ ਬੜਾ ਹੀ ਸੋਹਣਾ ਲੱਗਦਾ ਸੀ। ਬਾਕੀ ਖਾਣ ਪੀਣ ਵੀ ਬਹੁਤ ਸੋਹਣਾ ਚੱਲਦਾ ਹੁੰਦਾ ਸੀ।
ਰੌਣਕ ਵਧੀਆ ਹੁੰਦੀ ਸੀ। ਅੱਜ ਉਹ ਯਾਦ ਕਰਦੇ ਆ, ਹੁਣ ਕਿੱਥੇ ਆਉਣੇ ਆ ਤੁਹਾਨੂੰ ਤਾਂ ਉਹ ਮਿਲਦੇ। ਵਾਕਈ, ਪਰ ਉਹ ਸਮਾਂ ਸਾਡੇ ਨਾਲ ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮਚ। ਬਹਾਦਰ ਸਿੰਘ ਜੀ ਨੇ ਯਾਦ ਤਾਜ਼ਾ ਕੀਤੀ, ਔਰ ਜਦੋਂ ਤੁਸੀਂ ਸੁਣਦੇ ਹੋ ਨਾ ਸਾਰਾ ਕੁਝ ਤੁਹਾਡੀ ਇਮੇਜ ਬਣ ਜਾਂਦੀ ਹੈ ਦਿਮਾਗ ਦੇ ਵਿੱਚ, ਹੈ ਨਾ? ਬਿਲਕੁਲ ਇੱਦਾਂ ਹੁੰਦਾ। ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਗਿੱਧੇ ਦੇ ਐਕਸਪਰਟ ਰਹੇ ਨੇ ਬਲਜੀਤ ਕੌਰ ਜੀ, ਸੋ ਇਹਨਾਂ ਤੋਂ ਗਿੱਧੇ ਬਾਰੇ ਵੀ ਜਾਣਾਂਗੇ। ਹੋਰ ਕਿਹੜੀਆਂ ਟ੍ਰੈਡੀਸ਼ਨਸ ਨੇ ਤੀਆਂ ਦੇ ਨਾਲ ਜੁੜੀਆਂ ਹੋਈਆਂ, ਉਹਨਾਂ ਬਾਰੇ ਵੀ ਜਾਣਾਂਗੇ। ਸੋ ਬਲਜੀਤ ਜੀ, ਤੁਸੀਂ ਬਹੁਤ ਗਿੱਧੇ ਦੇ ਵਿੱਚ ਪਾਰਟਿਸਿਪੇਟ ਕੀਤਾ, ਬੜੇ ਲੰਬੇ ਸਮੇਂ ਤੋਂ ਗਿੱਧੇ ਦੇ ਵਿੱਚ ਪਾਰਟਿਸਿਪੇਟ ਕੀਤਾ, ਪਰ ਗਿੱਧੇ ਦੀ ਵੀ ਇੱਕ ਟੈਕਨੀਕ ਹੁੰਦੀ ਹੈ, ਹਰੇਕ ਇਨਸਾਨ ਦੇ ਵਿੱਚ ਉਹ ਲੈ ਨਹੀਂ ਹੁੰਦੀ, ਰਿਦਮ ਨਹੀਂ ਹੁੰਦੀ। ਸੋ ਗਿੱਧੇ ਦੀ ਜਿਹੜੀ ਟ੍ਰੇਨਿੰਗ ਹੈ ਨਿੱਕੀ ਉਮਰ ਤੋਂ ਤੁਸੀਂ ਸ਼ੁਰੂ ਕਰ ਦਿੱਤੀ ਸੀ, ਕਿੱਦਾਂ, ਕਿਸ ਤਰ੍ਹਾਂ ਝੁਕਾਅ ਹੋਇਆ? ਨਹੀਂ, ਛੋਟੇ ਹੁੰਦਿਆਂ ਤੋਂ ਬਿਲਕੁਲ ਨਹੀਂ। ਮੇਰਾ ਖਿਆਲ ਕਿ ਮੈਂ ਕਾਲਜ ਤੋਂ ਗਿੱਧਾ ਸ਼ੁਰੂ ਕੀਤਾ। ਅੱਛਾ। ਹਾਂਜੀ, ਪਰ ਬੋਡੀ ਦੇ ਵਿੱਚ ਰਿਦਮ ਹੈ ਸੀ। ਹਾਂ। ਪਹਿਲਾਂ ਮੈਂ ਐਕਚੁਅਲੀ ਭੰਗੜਾ ਸਿੱਖਿਆ। ਭੰਗੜੇ ਤੋਂ ਬਾਅਦ ਮੈਨੂੰ ਲੱਗਿਆ ਕਿ ਨੋ, ਆਈ ਐਮ ਨਾਟ ਫॉर ਭੰਗੜਾ। ਉਹ ਕਿਉਂ? ਕਿਉਂਕਿ ਮੇਰੇ ਵਿੱਚ ਉਹ ਚੀਜ਼, ਉਹ ਆਈ ਡੋਂਟ ਨੋ ਮਤਲਬ ਕੀ ਰੀਜ਼ਨ ਸੀ। ਭੰਗੜਾ ਇੰਨੇ ਵਧੀਆ ਤਰੀਕੇ ਨਾਲ ਜਿੱਦਾਂ ਹੋਣਾ ਚਾਹੀਦਾ ਸੀ ਸਿੱਖ ਨਹੀਂ ਹੋਇਆ। ਪਰ ਨਾਲ ਹੀ ਫਿਰ ਅਸੀਂ ਸੇਮ ਈਅਰ 'ਚ ਅਸੀਂ ਜਿੱਦਾਂ ਗਿੱਧੇ ਦੀ ਟੀਮ ਬਣਾਈ, ਤਾਂ ਮੈਨੂੰ ਲੱਗਿਆ ਕਿ ਮੈਂ ਆਈ ਐਮ ਗੁੱਡ ਇਨ ਗਿੱਧਾ। ਹਾਂਜੀ। ਐਜ਼ ਆਈ ਫੀਲ, ਮੈਨੂੰ ਲੱਗਦਾ ਕਿ ਸਿੱਖੇ ਤੇ ਗਿੱਧਾ ਨਹੀਂ ਆਉਂਦਾ। ਅਗਰ ਤੁਹਾਡੇ ਇਨ ਬਿਲਟ ਹੈਗਾ ਆ, ਦੈਨ ਯੂ ਕੈਨ ਡੂ ਇਟ। ਔਰ ਜਦੋਂ ਤੁਸੀਂ ਗਿੱਧੇ ਵਿੱਚ ਕੁੜੀਆਂ ਨੂੰ ਦੇਖਦੇ ਹੋ, ਮਤਲਬ ਮੈਂ ਤੁਹਾਡੀ ਬੇਟੀ ਨੂੰ ਵੀ ਦੇਖਿਆ, ਤੁਹਾਨੂੰ ਵੀ ਦੇਖਿਆ, ਬਹੁਤ ਸੋਹਣਾ ਗਿੱਧਾ ਪਾਉਂਦੇ। ਸਾਡੇ ਵਰਗੇ ਜਦੋਂ ਕੋਸ਼ਿਸ਼ ਕਰਨ ਲੱਗਣ ਤਾਂ ਬਿਲਕੁਲ ਗੜਬੜ ਹੋ ਜਾਂਦੀ ਹੈ। ਸੋ ਡੈਫੀਨੇਟਲੀ ਕੋਸ਼ਿਸ਼ ਕਰਦੇ ਕਿ ਪ੍ਰਵੇਸ਼ ਸੰਧੂ ਵੀ ਸਾਨੂੰ ਜੁਆਇਨ ਕਰ ਸਕਣ। ਵੀ ਟਰਾਈਂਗ ਟੂ ਗੈਟ ਹਿਮ ਬੈਕ। ਹੈਲੋ ਤਰਨਮ ਜੀ, ਤੁਹਾਨੂੰ ਮੇਰੀ ਸਤਿ ਸ੍ਰੀ ਅਕਾਲ ਸੁਣ ਰਹੀ ਹੈ ਕਿ ਨਹੀਂ? ਤੁਹਾਡੀ ਸਤਿ ਸ੍ਰੀ ਅਕਾਲ ਸਾਡੇ ਸਾਰਿਆਂ ਤੱਕ ਪਹੁੰਚ ਗਈ ਹੈ। ਬਹੁਤ ਸ਼ੁਕਰ ਹੈ। ਮੈਂ ਕਿਹਾ ਮੈਂ ਪਹਿਲਾਂ ਪੁੱਛ ਲਾਂ, ਫਿਰ ਮੈਂ ਸਤਿ ਸ੍ਰੀ ਅਕਾਲ ਬੁਲਾਊਂਗਾ। ਤਰਨਮ ਜੀ, ਤੁਹਾਨੂੰ, ਆਪਣੀ ਸਾਰੀ ਟੀਮ ਨੂੰ, ਬਲਜੀਤ ਜੀ ਹੋਰਾਂ ਨੂੰ ਤਾਂ ਦੁੱਗਣੀਆਂ ਵਧਾਈਆਂ, ਕਿਉਂਕਿ ਉਹਨਾਂ ਦਾ ਜਨਮ ਦਿਨ ਵੀ ਸੀਗਾ। ਹੈਪੀ ਬਰਥਡੇ ਬਲਜੀਤ ਜੀ। ਥੈਂਕ ਯੂ ਵੈਰੀ ਮਚ। ਤੇ ਇਸ ਕਰਕੇ ਉਹਨਾਂ ਦੀਆਂ ਧੀਆਂ ਤਾਂ ਦੁੱਗਣੀਆਂ ਹੋਣਗੀਆਂ। ਬਿਲਕੁਲ ਜੀ, ਬਿਲਕੁਲ ਪਾਰਟੀ ਚੱਲ ਰਹੀ ਹੈ ਅੱਜ। ਨਾਲ ਹੀ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੇ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ। ਮੈਨੂੰ ਐਂ ਲੱਗਦਾ ਅੱਜ ਮੈਨੂੰ ਹੱਸਦੇ ਖੇਡਦੇ ਨੂੰ ਬੁਲੇਟਿਨ ਕਰਨਾ ਪੈਣਾ। ਤੁਹਾਨੂੰ ਬੋਲੀ 'ਚ ਬੁਲੇਟਿਨ ਕਰਨਾ ਪੈਣਾ। ਤੁਹਾਨੂੰ ਜਗਦੇਵ ਜੀ ਦੱਸ ਦੇਣਗੇ ਕਿੱਦਾਂ ਕਰੀਦਾ। ਬੋਲੀ ਨੂੰ ਮੈਂ ਬੁਲੇਟਿਨ ਹੋਊਗਾ ਅੱਜ। ਵੈਸੇ ਜਗਦੇਵ ਜੀ, ਤੁਹਾਡੀ ਇਹ ਬੜੀ ਖਾਸੀਅਤ ਹੈ, ਤੁਸੀਂ ਸਾਡੇ ਸਾਰੇ ਟੀਮ ਮੈਂਬਰਾਂ ਉੱਤੇ ਬੜੀਆਂ ਸੋਹਣੀਆਂ ਬੋਲੀਆਂ ਬਣਾਈਆਂ। ਵਾਸੂ ਉੱਤੇ ਵੀ ਉਦੋਂ ਬਣਾ ਕੇ ਭੇਜੀ ਸੀ। ਤੁਹਾਡੇ ਨਾਲ ਕਨੈਕਟ ਹੋ ਗਿਆ ਨਾ। ਬਿਲਕੁਲ, ਵਾਕਈ ਕਨੈਕਟ ਹੋ ਗਿਆ। ਮੈਨੂੰ ਲੱਗਦਾ ਤੁਹਾਡਾ ਸੁਨੇਹਾ ਹਾਰਵ ਤੱਕ ਪਹੁੰਚ ਗਿਆ, ਕਿਉਂਕਿ ਹਾਰਵ ਇਸ ਵੇਲੇ ਕਾਲ ਤੇ ਨੇ। ਲੈਟਸ ਸੀ ਵਾਟ ਹੀ ਹੈਜ਼ ਟੂ ਸੇ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਹਾਂਜੀ, ਸਤਿ ਸ੍ਰੀ ਅਕਾਲ। ਅੱਜ ਬੜੀਆਂ ਮਹਿਫਲਾਂ ਲੱਗੀਆਂ, ਮੈਂ ਮਿਸ ਕਰ ਗਿਆ। ਬਿਲਕੁਲ ਮਹਿਫਲਾਂ ਲੱਗੀਆਂ ਨੇ। ਔਰ ਤੁਹਾਡੇ ਨਾਂ ਦੀ ਬੋਲੀ ਤੁਸੀਂ ਸੁਣੀ? I just caught the tail end of it। ਜੇ ਦੁਬਾਰੇ ਹੋ ਜਾਵੇ ਤਾਂ ਬਹਿ ਜਾ। ਚਲੋ ਜਗਦੇਵ ਜੀ, ਇੱਕ ਵਾਰੀ ਹੋਰ ਹੋ ਜਾਵੇ। ਉਹ ਹਰ ਪੁੰਨੀ ਨੂੰ ਬੁਲਾਓ, ਕੁੱਟ ਕੌਫੀ ਦੀ ਪਲਾਓ, ਆਖੋ ਰੌਣਕਾਂ ਤੂੰ ਸਾਡੇ ਨਾਲ ਲਾਹੀਆਂ, ਆਣ ਕੇ ਵੇਖਾੜੇ ਵਾਲਿਆ ਗੱਭਰੂਆ, ਬੋਲੀ ਇੱਕ ਤੀਆਂ ਦੀ ਵੀ ਪਾਈਆਂ, ਆਣ ਕੇ ਵੇਖਾੜੇ ਗੱਭਰੂਆ। ਇਹਨੂੰ ਕਹਿੰਦੇ ਬੋਲੀ ਹਾਰ। ਦੇਖ ਲਓ। That was awesome. My kids are wondering ਇਹਨੂੰ ਹੋ ਕੀ ਗਿਆ। ਹਾਰ, ਤੁਸੀਂ ਇੱਥੇ ਵੱਡੇ ਹੋਏ ਹੋ, ਇੱਥੇ ਪਲੇ ਹੋ, ਤੁਹਾਡਾ ਜਨਮ ਇੱਥੇ ਹੋਇਆ, ਔਰ ਤੁਸੀਂ ਇੱਕ ਵਾਰੀ ਗੱਲ ਕਰ ਰਹੇ ਸੀ ਜਦੋਂ ਆਪਾਂ ਤੀਆਂ ਪਿਛਲੀ ਵਾਰੀ ਕੀਤੀਆਂ, ਤੁਹਾਡੇ ਬਚਪਨ ਦੀਆਂ ਜਿਹੜੀਆਂ ਯਾਦਾਂ ਨੇ ਜਦੋਂ ਘਰਾਂ ਦੇ ਵਿੱਚ ਗਿੱਧਾ ਪਾਉਂਦੇ ਹੁੰਦੇ ਸੀ ਡਿਨਰ ਤੋਂ ਬਾਅਦ, ਉਹਦੇ ਬਾਰੇ ਮੈਨੂੰ ਦੱਸੋ ਜ਼ਰਾ। ਕਿਉਂਕਿ ਉਦੋਂ ਜਿੱਦਣ ਮੈਂ ਤੁਹਾਡੇ ਨਾਲ ਗੱਲ ਕੀਤੀ, ਮੈਂ ਸੋਚਿਆ ਇਹ ਨੋਰਮਲ ਚੀਜ਼ ਸੀ ਵੀ ਸਾਰਿਆਂ ਨੂੰ ਪਤਾ ਇਹਦੇ ਬਾਰੇ, ਬਟ ਅਪੈਰੈਂਟਲੀ ਨਾਟ ਐਵਰੀਵਨ। ਜਦੋਂ ਇੱਥੇ ਗਰੋਇੰਗ ਅਪ ਹੀਅਰ ਇਨ ਦ 80s, ਕਿਸੇ ਦੀ ਆਲਮੋਸਟ ਐਵਰੀ ਸਿੰਗਲ ਵੀਕਐਂਡ ਸਾਡੇ ਪੇਰੈਂਟਸ ਨੇ ਕਿਤੇ ਨਾ ਕਿਤੇ, ਜਾਂ ਮੇਰੇ ਮਾਮੇ ਦੇ ਘਰ ਜਾਂ ਹੋਰ ਕਿਸੇ ਪੇਂਡੂ ਦੇ ਘਰ, ਜੇ ਹਮੇਸ਼ਾ ਕੋਈ ਨਾ ਕੋਈ ਡਿਨਰ ਹੋਣਾ। ਐਂਡ ਇਟ ਵਾਜ਼ ਆਲਵੇਜ਼ ਕਾਈਂਡ ਆਫ ਦ ਸਟੈਂਡਰਡ ਫਾਰਮੂਲਾ। ਨਿਆਣੇ ਜੋ ਮਰਜ਼ੀ ਕਰਨ, ਲੇਡੀਜ਼ ਨੇ ਆਪਣਾ ਕਿਚਨ ਵਿੱਚ ਰੋਟੀ ਤਿਆਰ ਕਰਨੀ, ਨਾਲੇ ਆਪਣੀ ਗੌਸਪ ਕਰਨੀ। ਅੱਛਾ। ਬੰਦਿਆਂ ਨੇ ਥੱਲੇ ਬਹਿ ਕੇ ਦਾਰੂ ਪੀਣੀ। And then eventually, I don't know how, ਜਦੋਂ ਡਿਨਰ ਫਿਨਿਸ਼ ਹੋਣਾ, ਗਿੱਧਾ ਸਟਾਰਟ ਆਪੇ ਹੀ ਸਟਾਰਟ ਹੋ ਜਾਂਦਾ ਸੀ। ਕਈ ਵਾਰ ਮੈਨੂੰ ਇਹਦਾ ਪੱਕਾ ਨਹੀਂ ਚੇਤਾ ਕਿ ਡਿਨਰ ਤੋਂ ਪਹਿਲਾਂ ਕਿ ਡਿਨਰ ਤੋਂ ਬਾਅਦ। ਅੱਛਾ, ਪਰ ਗਿੱਧਾ ਹੁੰਦਾ ਸੀ guaranteed 100% every time ਹੁੰਦਾ ਸੀਗਾ। and same aunties, and then ਬਾਅਦ ਥੋੜੇ later ਸਾਲਾਂ ਵਿੱਚ ਜਦੋਂ ਕੈਮਕੋਡਰ ਆ ਗਿਆ, ਫਿਰ ਇੱਕ ਜਾਣੇ ਨੂੰ ਲਾ ਦੇਣਾ ਕੈਮਰਾ ਫੜ ਤੇ ਵੀਡੀਓ ਬਣਾਉਣੀਆਂ। ਉਹ ਸਾਰੀਆਂ old VHS tapes ਮੇਰੇ ਕੋਲ ਪਈਆਂ ਘਰੇ। ਹਾਂਜੀ। and it was normal every weekend there would be ਗਿੱਧਾ ਔਰ ਭੰਗੜਾ, even though same, ਭਾਵੇਂ ਤੁਸੀਂ same people ਨੂੰ ਪਿਛਲੇ ਹਫ਼ਤੇ ਵੀ ਮਿਲੇ ਸੀਗੇ, ਪਰ ਐਤਕੀ ਫੇਰ ਗਿੱਧਾ ਇਕੱਠਿਆਂ ਨੇ ਪਾਉਣਾ। ਕੀ ਬਾਤ ਹੈ, ਦੈਟਸ ਵੰਡਰਫੁਲ, ਐਬਸੋਲੂਟਲੀ ਵੰਡਰਫੁਲ। ਕੋਈ ਬੋਲੀ ਪਾਉਣੀ ਆ ਫਿਰ ਅੱਜ ਤੀਆਂ ਦੇ ਵਿੱਚ ਸਾਡੇ? ਨਾ, ਮੈਂ ਤੀਆਂ ਦੇ ਵਿੱਚੋਂ ਮੈਂ ਨਾ ਹਮੇਸ਼ਾ ਤੁਹਾਨੂੰ ਦੱਸਦਾ ਹੁੰਦਾ, ਹੁਣ ਮੇਰੀਆਂ ਭੈਣਾਂ ਸਾਰੀਆਂ ਬੈਠੀਆਂ, ਮੈਨੂੰ ਟਮਾਟਿਆਂ ਦਾ ਡਰ ਹੁੰਦਾ ਹੈ।
ਥੈਂਕ ਯੂ ਹਾਰਵ। ਚਲੋ ਬਲਜੀਤ ਜੀ, ਜਿਹੜੀ ਹਾਰਵ ਗੱਲ ਕਰ ਰਹੇ ਸੀ ਕਿ ਜਦੋਂ 80s ਦੇ ਵਿੱਚ ਗਿੱਧਾ ਪੈਂਦਾ ਹੁੰਦਾ ਸੀ ਹੈ ਨਾ, ਉਹ ਮਾਹੌਲ ਡਿਫਰੈਂਟ ਹੁੰਦਾ ਸੀ। ਹੌਲੀ ਹੌਲੀ ਹੁਣ ਤੁਹਾਡੀ ਬੇਟੀ ਵੀ ਗਿੱਧੇ ਨਾਲ ਜੁੜੀ ਹੋਈ ਹੈ, ਇਵੋਲਵ ਕਿੱਦਾਂ ਹੋਇਆ ਹੈ ਗਿੱਧੇ ਦੇ ਵਿੱਚ? ਕੀ ਤਬਦੀਲੀਆਂ ਆਈਆਂ ਨੇ, ਕੀ ਚੇਂਜਸ ਆਏ ਨੇ? ਤਰ੍ਹਾਂ ਨਾ ਮੇਰਾ ਖਿਆਲ ਹੈ ਜਿਹੜੀ ਗਿੱਧਾ ਨਾ ਜਿਹੜਾ ਹੁਣ ਰਿਵੋਲਵ ਹੋ ਗਿਆ। ਪਹਿਲਾਂ ਗਿੱਧਾ ਜਿਹੜਾ ਲੇਡੀਜ਼ ਪਿੰਡਾਂ ਵਿੱਚ ਲੇਡੀਜ਼ ਪਾਉਂਦੀਆਂ ਸੀ, ਔਰ ਉਸ ਤੋਂ ਬਾਅਦ ਜਿਹੜਾ ਕਾਲਜਿਸ ਦੇ ਵਿੱਚ ਗਿੱਧਾ ਸ਼ੁਰੂ ਹੋਇਆ ਸਟੇਜਿਸ 'ਤੇ ਗਿੱਧੇ, ਬਹੁਤ ਫ਼ਰਕ ਹੈ ਜੀ, ਬਹੁਤ ਜ਼ਿਆਦਾ ਫ਼ਰਕ ਹੈ। ਉਹ ਹੋ ਗਿਆ ਕੰਪੀਟੀਸ਼ਨ ਲੈਵਲਸ 'ਤੇ ਨਾ ਗਿੱਧਾ। ਉਹ ਤਾਂ ਹੁੰਦਾ ਕਿ ਮਤਲਬ ਲੇਡੀਜ਼ ਪਾਉਂਦੀਆਂ ਇੱਕ ਰਿਦਮ ਦੇ ਨਾਲ, ਇੱਕ ਬੜੇ ਫਲੋ ਦੇ ਨਾਲ, ਕੋਈ ਉਹ ਰੂਲਸ ਨਹੀਂ ਹੁੰਦੇ। ਕਾਲਜਿਸ ਦੇ ਵਿੱਚ ਹੁੰਦਾ ਕਿ ਰੂਲਸ ਦੇ ਅਕੋਰਡਿੰਗ ਗਿੱਧਾ ਪੈਣ ਲੱਗ ਗਿਆ ਕਿ ਇੰਨੇ ਸੈਕਿੰਡਸ ਦੀ ਬੋਲੀ ਆ, ਇੰਨੀ ਵਾਰੀ ਰੈਪੀਟੀਸ਼ਨ ਆ, ਅਤੇ ਤੁਸੀਂ ਉਨੇ ਟਾਈਮ ਦੇ ਵਿੱਚ ਫਿਨਿਸ਼ ਕਰਨੀ ਆ। ਔਰ ਦੂਸਰੀ ਗੱਲ ਇਹ ਆ ਕਿ ਮਾਝੇ ਮਾਲਵੇ ਦਾ ਅਤੇ ਦੁਆਬੇ ਦਾ ਗਿੱਧੇ ਵਿੱਚ ਵੀ ਬਹੁਤ ਫ਼ਰਕ ਹੈ। ਅਸੀਂ ਦੁਆਬੇ ਨਾਲ ਰਿਲੇਟ ਕਰਦੇ ਹਾਂ, ਔਰ ਦੁਆਬੇ ਦਾ ਗਿੱਧਾ ਮੇਰਾ ਖਿਆਲ ਹੈ ਕਿ ਮੈਂ ਜੇ ਮਾਲਵੇ ਦਾ ਗਿੱਧਾ ਪਾਉਣਾ ਹੋਏਗਾ ਤਾਂ ਮੇਰੇ ਕੋਲ ਨਹੀਂ ਪਏਗਾ। ਅੱਛਾ, ਇੰਨਾ ਫ਼ਰਕ ਆ? ਬਹੁਤ ਫ਼ਰਕ ਹੈ। ਉਹਨਾਂ ਦਾ ਅੱਡੀ ਮਾਰਨ ਦਾ ਸਟਾਈਲ ਜਿਹੜਾ ਨਾ, ਮੈਂ ਆਈ ਐਮ ਲਰਨਿੰਗ ਬਟ ਇਟਸ ਹਾਰਡ ਫॉर ਮੀ। Really? ਉਹਨਾਂ ਦੀ ਡਬਲ ਅੱਡੀ ਆ, ਸਾਡੀ ਸਿੰਗਲ ਅੱਡੀ। ਯਾ ਦੈਟਸ ਵਾਟ ਆਈ ਰਿਅਲਾਈਜ਼ ਕਿ ਗਿੱਧੇ ਦਾ, ਮਾਲਵੇ ਦੇ ਗਿੱਧੇ ਔਰ ਦੁਆਬੇ ਦੇ ਗਿੱਧੇ ਦਾ ਬਹੁਤ ਜ਼ਿਆਦਾ ਫ਼ਰਕ ਹੈ। ਬੋਲੀਆਂ ਦਾ ਵੀ ਬਹੁਤ ਫ਼ਰਕ ਹੈ। ਕਾਲਜਿਸ ਦੇ ਵਿੱਚ ਮਿਕਸ ਹੈ। ਅੱਛਾ, ਜਿਹੜਾ ਲੇਟੈਸਟ ਹੁਣ ਮੇਰਾ ਖਿਆਲ ਕੋਈ ਵੀ ਮੇਰਾ ਖਿਆਲ ਕੋਈ ਕੰਪੀਟੀਸ਼ਨ ਹੁੰਦਾ ਆ, ਜਿਸ ਤਰ੍ਹਾਂ ਬਿਊਟੀ ਪੈਜੈਂਟ, PTC ਪੰਜਾਬਣ, ਮਿਸ ਪੰਜਾਬਣ ਕੱਢਦੇ ਆ, ਉਹ ਕਲਚਰਲ ਐਸਪੈਕਟ ਦਿਖਾਉਣਾ ਉਹਦੇ 'ਚ, ਉਹ ਮਿਕਸ ਗਿੱਧਾ ਆ। ਅੱਛਾ, ਉਹ ਕੋਈ ਮੇਰਾ ਖਿਆਲ ਨਹੀਂ ਕਿ ਤੁਸੀਂ ਉਹ ਕਹਿ ਦਿਓ ਕਿ ਇਹ ਟ੍ਰੈਡੀਸ਼ਨਲ ਆ। ਕਾਫੀ ਚੇਂਜਸ ਆਈਆਂ, ਬਹੁਤ ਸਾਰੀਆਂ ਚੇਂਜਸ ਆ ਗਈਆਂ ਗਿੱਧੇ ਦੇ ਵਿੱਚ। ਔਰ ਬੋਲੀਆਂ ਦੇ ਜਿਹੜੇ ਅਲਫਾਜ਼ ਨੇ ਉਹਦੇ ਵਿੱਚ ਵੀ ਚੇਂਜਸ ਨੇ, ਹੈ ਨਾ, ਕਿਉਂਕਿ ਬੋਲੀਆਂ ਵੀ ਚੇਂਜ ਹੋ ਜਾਂਦੀਆਂ, ਇਵੋਲਵ ਹੁੰਦੀਆਂ ਰਹਿੰਦੀਆਂ ਟਾਈਮ ਦੇ ਨਾਲ। ਮਾਡਰਨ ਬੋਲੀਆਂ ਉਦੋਂ ਬੜੇ ਕਾਲਰਸ ਨੇ ਪਾਈਆਂ, ਮਾਡਰਨ ਬੋਲੀਆਂ ਤੁਸੀਂ ਵੀ ਲਿਖ ਰਹੇ ਹੋ ਜਗਦੇਵ ਜੀ। ਐਂਡ ਮੈਨੂੰ ਬੜੀ ਹੈਰਾਨੀ ਇਸ ਗੱਲ ਦੀ ਵੀ ਹੋਈ ਕਿ ਤੁਸੀਂ ਪਹਿਲਾਂ ਬੋਲੀਆਂ ਤੁਹਾਨੂੰ ਕਦੇ ਨਹੀਂ ਸੀ ਲਿਖੀਆਂ। ਤੁਸੀਂ, ਤੁਹਾਡੀ ਜਿਹੜੀ ਬੈਕਗਰਾਊਂਡ ਹੈ ਉਹ ਪੋਇਟਰੀ ਹੈ ਦਰਅਸਲ। ਤੇ ਹੁਣ ਤੁਸੀਂ ਬੋਲੀਆਂ ਲਿਖਣ ਲੱਗ ਗਏ? ਬੋਲੀਆਂ, ਹਾਂਜੀ, ਥੈਂਕਸ ਟੂ ਕਨੈਕਟ। ਮੈਨੇ ਤੈਨੂੰ ਕਿਹਾ ਬੋਲੀਆਂ ਆਪਾਂ ਤੀਆਂ ਦੇ ਪ੍ਰੋਗਰਾਮ ਤੇ ਕਰਨਾ, ਤੇ ਮੈਂ ਫਿਰ ਪਹਿਲਾਂ ਸੁਣੀਆਂ YouTube ਤੇ। ਅੱਛਾ। ਸਾਡੇ ਭੂਆ ਜੀ YouTube ਉਹਨਾਂ ਨੇ ਬਸ ਫੋਨ ਇਸੇ ਵਾਸਤੇ ਰੱਖਿਆ, YouTube ਤੇ ਬੋਲੀਆਂ ਕੱਢ ਕੇ ਸੁਣਦੇ ਰਹਿੰਦੇ। ਪਹਿਲਾਂ ਮੈਂ ਉਹ ਸੁਣ ਕੇ ਦੇਖਿਆ ਤਰਜ ਤੁਰਜ ਕਿਵੇਂ ਹੁੰਦੀ ਆ, ਫਿਰ ਉਹ ਸੇਮ ਬਸ ਸ਼ਬਦ ਆਪਣੇ ਪਾ ਕੇ ਉਹਨਾਂ ਦੇ ਅੱਡ ਅੱਡ ਉਹਨਾਂ ਤੇ ਲਿਖ ਲਈਆਂ, ਤੇ ਉਹਨਾਂ ਤੇ ਵੀ ਫਿਰ ਮੈਂ ਇੱਕ ਲਿਖਤੀ। ਚਲੋ ਜੀ, ਸੁਣਾ ਦਿਓ ਫਿਰ ਬੋਲੀ ਹੁਣ। ਆਈ ਨੋ, ਕਿਉਂਕਿ ਤੁਸੀਂ ਓਬਵੀਅਸਲੀ ਤੁਸੀਂ ਇੰਨੀਆਂ ਬੋਲੀਆਂ ਸਾਡੇ ਲਈ ਲੈ ਕੇ ਆਏ ਹੋ, ਸੁਣਾਣੀਆਂ ਤਾਂ ਬਣਦੀਆਂ ਨੇ, ਹਨਾ। ਕਿ ਮਾਰੇ ਉਂਗਲਾਂ ਜਿਵੇਂ ਨੀ ਉਹ ਕਰੋਸ਼ੀਆ ਬੁਣੇ, ਨਿੱਤ ਕੱਢ ਕੇ ਮੋਬਾਈਲ ਤੇ ਨੀ ਬੋਲੀਆਂ ਸੁਣੇ, ਬੈਠੀ ਕਿੰਨਾ ਚਿਰ ਫੋਨ ਤੇ ਨਾ ਊਬਦੀ, ਸਾਡੀ ਬੇਬੇ ਜੀ ਸ਼ਕੀਨ ਹੋ ਗਈ YouTube ਦੀ, ਸਾਡੀ ਬੇਬੇ ਜੀ ਸ਼ਕੀਨ ਹੋ ਗਈ YouTube ਦੀ। ਵਾਹ ਜੀ ਵਾਹ, ਸਾਰੇ ਅੱਜ ਕੱਲ੍ਹ YouTube ਦੇ ਸ਼ਕੀਨ ਹੋਏ ਵੇ। ਬਹੁਤ ਮੈਂ ਹੋਰ ਚੀਜ਼ ਐਡ ਕਰਨੀ ਚਾਹਾਂਗੀ। ਹਾਂਜੀ, ਜ਼ਰੂਰ। ਉਹ ਇਸ ਤਰ੍ਹਾਂ ਕਿ ਜਿਹੜੀਆਂ ਹੁਣ ਦੀਆਂ ਅੱਜ ਕੱਲ੍ਹ ਕੁੜੀਆਂ ਜਿਹੜੀਆਂ ਗਿੱਧਾ ਪਾ ਰਹੀਆਂ ਨਾ, ਉਹ ਸਿਰਫ ਮਿਊਜ਼ਿਕ ਤੇ ਗਿੱਧਾ ਪਾ ਰਹੀਆਂ, ਆਲਰੇਡੀ ਰਿਕਾਰਡਡ ਬੋਲੀਆਂ। ਦੈਟਸ ਰਾਈਟ। ਖੁਦ ਨੂੰ ਬੋਲੀਆਂ ਪਾਉਣੀਆਂ ਨਹੀਂ ਆਉਂਦੀਆਂ। ਇਹ ਮੇਰਾ ਖਿਆਲ ਹੈ ਕਿ ਮੈਂ ਕਹੂੰਗੀ ਕਿ ਇੱਕ ਸਾਡੀ ਟ੍ਰੈਡੀਸ਼ਨ ਦੇ ਨਾਲ ਟ੍ਰੈਜਡੀ ਹੋ ਰਹੀ ਆ। ਗਾਣਾ ਨਹੀਂ ਆ ਰਿਹਾ ਕੁੜੀਆਂ ਨੂੰ। ਮੇਰੀ ਬੇਟੀ ਗਿੱਧਾ ਪਾਉਂਦੀ ਆ, ਕੋਸ਼ਿਸ਼ ਹੈਗੀ ਆ ਹੁਣ ਕਿ ਢੋਲਕੀ ਦੇ ਨਾਲ ਬੋਲੀਆਂ ਆਪ ਪਾ ਕੇ ਲਾਈਵ ਪਰਫਾਰਮੈਂਸ ਜਿਹੜੀ ਹੋ ਰਹੀ ਆ ਨਾ, ਉਹ ਹੁਣ ਕੰਪੀਟੀਸ਼ਨ ਯੂਨੀਵਰਸਿਟੀ ਦੇ ਵਿੱਚ, ਉਹ ਕੰਪੀਟੀਸ਼ਨ ਹੁਣ ਫਿਰ ਨਵੇਂ ਸਿਰਿਓਂ ਟ੍ਰੈਂਡ ਹੋ ਰਿਹਾ। ਜਦੋਂ ਅਸੀਂ ਯੂਨੀਵਰਸਿਟੀ ਲੈਵਲ ਤੇ ਪਾਉਂਦੇ ਸੀ, ਅਸੀਂ ਖੁਦ ਆਪੇ ਗਾਉਂਦੇ ਸੀ। ਸਾਡੇ ਤੋਂ ਪਹਿਲਾਂ ਇਹ ਵਾਲਾ ਟ੍ਰੈਂਡ ਸੀ ਕਿ ਇੱਕ ਸਾਈਡ ਤੇ 4-5 ਕੁੜੀਆਂ ਖੜੀਆਂ ਬੋਲੀਆਂ ਪਾ ਰਹੀਆਂ ਨੇ, ਔਰ ਫਿਰ ਤੁਸੀਂ ਬਾਕੀ ਕੁੜੀਆਂ ਚਲੋ ਗਿੱਧਾ ਪਾ ਰਹੀਆਂ, ਕਿਉਂਕਿ ਜਦੋਂ ਤੁਸੀਂ ਗਿੱਧਾ ਪਾ ਰਹੇ ਹੋ ਨਾ, ਬੋਲੀ ਚੱਕਣੀ ਬਹੁਤ ਜ਼ਿਆਦਾ ਔਖੀ ਆ। ਸਾਹ ਚੜਦਾ, ਡਾਂਸ ਔਰ ਨਾਲ ਨੱਚਣਾ ਤੇ ਨਾਲ ਗਾਣਾ ਬਹੁਤ। ਜਦੋਂ ਅਸੀਂ ਯੂਨੀਵਰਸਿਟੀ ਲੈਵਲ ਤੇ ਅਸੀਂ ਕੰਪੀਟੀਸ਼ਨਸ ਜਾਂਦੇ ਸੀ, ਸਾਨੂੰ ਆਪ ਹੀ ਗਾਣਾ ਪੈਂਦਾ ਸੀ, ਆਪ ਹੀ ਨੱਚਣਾ ਪੈਂਦਾ ਸੀ, ਪਰ ਤੁਹਾਨੂੰ ਉਹਦਾ એનર્ਜੀ ਬਹੁਤ ਚਾਹੀਦੀ ਸੀ, ਬਹੁਤ ਜ਼ਿਆਦਾ એનર્ਜੀ ਚਾਹੀਦੀ ਸੀ, ਸਟੈਮਿਨਾ ਬਹੁਤ ਚਾਹੀਦਾ, ਬਹੁਤ ਜ਼ਿਆਦਾ। ਮੇਰਾ ਖਿਆਲ 2-2 ਮਹੀਨੇ ਜੇ ਕੰਪੀਟੀਸ਼ਨ, ਯੂਥ ਫੈਸਟੀਵਲ ਦਾ ਕੰਪੀਟੀਸ਼ਨ ਸੀ, 2-2 ਮਹੀਨੇ ਤਾਂ ਈਜ਼ੀ ਸੀ ਕਿ ਉਹ ਰਿਹਰਸਲ ਤੋਂ ਪਹਿਲਾਂ ਤੁਸੀਂ ਗਿੱਧਾ ਪਰਫਾਰਮ ਕਰ ਹੀ ਨਹੀਂ ਸਕਦੇ ਜੇ ਤੁਹਾਡੀ ਸਟੈਮਿਨਾ ਤੁਹਾਡਾ ਨਹੀਂ ਬਣਿਆ। ਐਂਡ ਯੂ ਨੋ ਦ ਅਮੇਜ਼ਿੰਗ ਥਿੰਗ ਇਜ਼ ਕਿ ਜਿੱਦਣ ਆਪਾਂ ਤੀਆਂ ਵਾਲਾ ਸਿਲਸਿਲਾ ਸ਼ੁਰੂ ਕੀਤਾ ਨਾ, ਉਦਣ ਕਾਲਸ ਦੇ ਵਿੱਚ ਬਹੁਤ ਸਾਰੇ ਮੇਲ ਕਾਲਰਸ ਸੀ, ਬਹੁਤ ਸਾਰੇ ਆਦਮੀ ਸੀ, ਮੁੰਡੇ ਸੀ ਜਿਨ੍ਹਾਂ ਨੇ ਬੋਲੀਆਂ ਪਾਈਆਂ ਤੇ ਹਿੱਸਾ ਲਿਆ। ਕੁੜੀਆਂ ਨੂੰ ਘੱਟ ਆਉਂਦੀਆਂ ਨੇ, ਕੁੜੀਆਂ ਨੂੰ ਭੁੱਲ ਗਈਆਂ ਜੀ ਬੋਲੀਆਂ। ਮੈਂ ਮੇਰੀਆਂ ਭੈਣਾਂ ਨੇ ਇੱਥੇ, ਉਹਨਾਂ ਨੂੰ ਮੈਂ ਹੁਣ ਇਸ ਚੱਕਰ ਲਈ ਕਿਹਾ, ਮੈਂ ਕਿਹਾ ਕੋਈ ਬੋਲੀ ਸੁਣਾਓ, ਫਿਰ ਮੈਂ ਉਹਦੇ ਤੇ ਆਪਣਾ ਕੁਛ ਕਰੂੰਗਾ, ਯਾਦ ਕਰਕੇ ਸੁਣਾਉਂਦੇ ਆ। ਫਿਰ ਲਿੰਕ ਦੇ ਦਿੰਦੇ ਸੀਗੇ ਇੱਥੇ YouTube ਤੋਂ ਕੱਢ ਲਓ, ਤਾਂ ਉਹਨਾਂ ਨੂੰ ਯਾਦ ਨਹੀਂ ਹੈ ਹੁਣ।
ਪਰ ਗਿੱਧਾ ਬਹੁਤ ਵਧੀਆ ਪਾਉਂਦੀਆਂ ਨੇ। ਅੱਛਾ, ਇਹ ਤਾਂ ਜੀ ਹੁਣ ਇਮਤਿਹਾਨ ਦਾ ਸਮਾਂ ਆ ਗਿਆ। ਕਨੈਕਟ FM ਦੇ ਸੁਣਨ ਵਾਲਿਆਂ ਨੂੰ, ਦੁਪਹਿਰ ਵਾਲਾ ਸ਼ੋਅ ਸੁਣਨ ਵਾਲਿਆਂ ਨੂੰ ਹਿੱਸਾ ਲੈਣਾ ਪੈਣਾ ਪ੍ਰੋਗਰਾਮ ਦੇ ਵਿੱਚ, ਬੋਲੀਆਂ ਵੀ ਸੁਣਾਉਣੀਆਂ ਪੈਣੀਆਂ ਕਿਉਂਕਿ ਅਸੀਂ ਉਡੀਕ ਕਰ ਰਹੇ ਹਾਂ ਤੁਹਾਡੀਆਂ ਕਾਲਾਂ ਦੀ। 6045610915 ਸਾਡਾ ਫੋਨ ਨੰਬਰ, 6045610915। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁਣੇ ਵਾਪਸ ਆਏ ਸੁਣਦੇ ਰਹੋ ਕਨੈਕਟ FM 91.5 ਅਸਲੀ ਰੇਡੀਓ। ਉਹ ਹੁਣ ਘੱਗਰੇ ਗਰਾਰੇ ਪਿੱਛੇ ਰਹਿ ਗਏ ਨੇ ਵਿਚਾਰੇ, ਪਾਉਣ ਕੁੜੀਆਂ ਸ਼ਰਾਰੇ 99 ਤੋਂ 99, ਨਾਲੇ ਰੇਡੀਓ ਵੀ ਸੁਣਦੀਆਂ ਸਾਡੇ 91, ਨਾਲੇ ਰੇਡੀਓ ਵੀ ਸੁਣਦੀਆਂ ਸਾਡੇ 91। ਸਾਡੇ 91 ਰੇਡੀਓ ਤੁਸੀਂ ਸੁਣ ਰਹੇ ਹੋ ਕਨੈਕਟ FM। ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਲੱਗੀਆਂ ਨੇ ਬਹੁਤ ਸਾਰੀਆਂ ਰੌਣਕਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੋਣਾ। 6045610915 ਸਾਡਾ ਫੋਨ ਨੰਬਰ, 6045610915। ਔਰ ਅੱਜ ਗੱਲਬਾਤ ਹੋ ਰਹੀ ਹੈ ਗਿੱਧੇ ਬਾਰੇ, ਤੀਆਂ ਬਾਰੇ ਗੱਲਾਂ ਹੋ ਰਹੀਆਂ ਨੇ, ਗੀਤਾਂ ਬਾਰੇ, ਬਚਪਨ ਦੀਆਂ ਉਹਨਾਂ ਯਾਦਾਂ ਬਾਰੇ ਜੋ ਸਾਡੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨੇ। ਕਿੰਨੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਸੀ ਨਾ ਨਿੱਕੇ ਹੁੰਦਿਆਂ, ਜਦੋਂ ਲੇਡੀਜ਼ ਨੇ ਤਿਆਰ ਹੋਣਾ, ਜਦੋਂ ਸੱਗੀ ਫੁੱਲ ਲਾਇਆ ਹੋਣਾ, ਟਿੱਕਾ ਲਾਇਆ ਹੋਣਾ, ਉਦੋਂ ਐਂ ਜੀ ਕਰਨਾ ਹੈ ਸਾਡੀ ਵਾਰੀ ਕਦੋਂ ਆਊਗੀ। ਕਿੰਨੀਆਂ ਸੋਹਣੀਆਂ ਲੱਗਦੀਆਂ ਨੇ, ਹੈ ਨਾ। ਔਰ ਪਹਿਰਾਵੇ ਦੇ ਵਿੱਚ ਵੀ ਬਹੁਤ ਫਰਕ ਆਇਆ, ਜਿਵੇਂ ਕਿ ਹੁਣ ਜਗਦੇਵ ਜੀ ਕਹਿ ਰਹੇ ਸੀ ਆਪਣੀ ਬੋਲੀ ਦੇ ਵਿੱਚ ਪਹਿਰਾਵਾ ਵੀ ਕਾਫੀ ਬਦਲਿਆ। ਹਾਂਜੀ, ਸੱਗੀ ਫੁੱਲ ਔਰ ਜਿਹੜੇ ਟਿੱਕਾ ਸਾਰਾ ਕੁਝ ਮੇਰਾ ਖਿਆਲ ਹੈ ਉਹ ਜਿਹੜਾ ਸਟੇਜਿਸ ਤੇ ਗਿੱਧਾ ਪੈਂਦਾ ਉੱਥੋਂ ਤੱਕ ਹੀ ਰਹਿ ਗਿਆ। ਇਸ ਤੋਂ ਬਾਅਦ ਸੱਗੀ ਫੁੱਲ ਕਦੇ ਵੀ ਤੁਸੀਂ ਕਿਸੇ ਵੈਡਿੰਗ ਤੇ ਕਦੇ ਨਹੀਂ ਦਿਸਦਾ, ਟਿੱਕਾ ਦਿਸਦਾ ਹੈ ਨਾ, ਟਿੱਕਾ ਬਹੁਤ ਸੋਹਣਾ। ਮੈਨੂੰ ਯਾਦ ਹੈ ਮੇਰੇ ਨਾਨੀ ਜੀ ਕੋਲ ਸੱਗੀ ਫੁੱਲ ਹੁੰਦਾ ਸੀ। ਅੱਛਾ। ਤੇ ਉਹਨਾਂ ਨੇ ਮੇਰੇ ਮਦਰ ਨੂੰ ਦਿੱਤਾ ਸੀ, ਫਿਰ ਉਹ ਕਦੇ ਲਾਇਆ ਤਾਂ ਨਹੀਂ, ਪਰ ਉਹ ਹਲੇ ਵੀ ਘਰ ਪਿਆ ਆ, ਸਾਂਭ ਕੇ ਰੱਖਿਆ, ਨਿਸ਼ਾਨੀ ਵਜੋਂ ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ। ਉਹਦੇ ਨਾ ਇਦਾਂ ਲੱਗੇ ਹੁੰਦੇ ਸੀ ਥ੍ਰੈਡਸ ਪਿੱਛੇ ਕੰਨ ਦੇ ਬੰਨ ਕੇ, ਉਹ ਪੂਰਾ ਪ੍ਰੋਪਰ ਉਹਨੂੰ ਟਿਕਾਣਾ ਪੈਂਦਾ ਸੀ, ਫਿਰ ਉਹਦੇ ਉੱਪਰ ਦੁਪੱਟਾ ਲੈਂਦੇ ਸੀ। ਅੱਛਾ, ਬੜਾ ਸੋਹਣਾ 골ਡ ਦਾ ਸੱਗੀ ਫੁੱਲ ਸੀਗਾ, ਮੈਨੂੰ ਯਾਦ ਹੈ ਹੁਣ। ਅੱਛਾ, ਤੀਆਂ ਜਿਹੜਾ ਵਰਡ ਹੈ ਇਹ ਵੀ ਅੱਜ ਕਿਸੇ ਨੇ ਪੁੱਛਿਆ, ਜਵਾਦ ਪੁੱਛ ਰਹੇ ਸੀ ਸ਼ਾਇਦ, ਕਿ ਤੀਆਂ ਜਿਹੜਾ ਵਰਡ ਹੈ ਇਹਦਾ ਧੀਆਂ ਦੇ ਨਾਲ ਵੀ ਨਾਤਾ ਹੈ। ਔਰ ਸੱਚੀ ਗੱਲ ਹੈ, ਇਹ ਦੋਵੇਂ ਜਿਹੜੇ ਵਰਡ ਨੇ ਅਮਨਜੋਤ, ਜੋ ਤੁਸੀਂ ਰਿਸਰਚ ਕੀਤੀ, ਇਹ ਆਪਸ ਦੇ ਵਿੱਚ ਸੰਬੰਧਿਤ ਹੈਗੇ ਆ। ਮੈਂ ਜਿੱਦਾਂ ਪੜ੍ਹਿਆ ਕਿ ਤੀਆਂ ਜਿਹੜਾ ਵਰਡ ਹੈ ਧੀਆਂ ਤੋਂ ਹੀ ਅੱਗੇ ਚੱਲਿਆ ਆ, ਕਿਉਂਕਿ ਕੁੜੀਆਂ ਨਾਲ ਸੰਬੰਧਿਤ ਆ ਜਿਹੜਾ ਤੀਆਂ ਦਾ ਤਿਉਹਾਰ ਹੈ। ਕੁੜੀਆਂ ਹੀ ਮਨਾਉਂਦੀਆਂ ਨੇ, ਕੁੜੀਆਂ ਹੀ ਪੇਕੇ ਘਰ ਆਉਂਦੀਆਂ ਨੇ, ਤਾਂ ਹਾਂ ਤੀਆਂ ਨਾਲ ਇਹਦਾ ਸੰਬੰਧ ਹੈਗਾ ਆ। ਅੱਛਾ, ਖਾਣ ਪੀਣ ਦੀਆਂ ਜਦੋਂ ਗੱਲਾਂ ਆਉਂਦੀਆਂ ਤਾਂ ਤਿਉਹਾਰਾਂ ਦੇ ਵਿੱਚ ਖਾਣ ਪੀਣ ਦੀ ਗੱਲ ਨਾ ਹੋਵੇ ਫਿਰ ਅਧੂਰੇ ਜਿਹੇ ਲੱਗ ਜਾਂਦੇ ਹਨ, ਖਾਸ ਕਰ ਪੰਜਾਬ ਦੇ ਤਿਉਹਾਰ। ਸੰਧਾਰੇ ਦੀ ਗੱਲ ਆਪਾਂ ਕੀਤੀ ਸੀ, ਉਹਦੇ ਵਿੱਚ ਪੀਪੇ ਵਾਲੇ ਬਿਸਕੁਟ ਜਾਂਦੇ ਹੁੰਦੇ ਸੀ। ਬਿਸਕੁਟ ਜਾਂਦੇ, ਉਹ ਤਾਂ ਮੈਨੂੰ ਵੀ ਯਾਦ ਆ। ਉਹ ਤਾਂ ਮੇਰੇ ਨਾ ਮਾਮਾ ਜੀ ਆਉਂਦੇ ਹੁੰਦੇ ਸੀ। ਅੱਛਾ। ਮਾਮ ਕਈ ਵਾਰੀ ਹੁੰਦਾ ਕਿ ਮਾਮ ਨਹੀਂ ਗਏ ਪੇਕਿਆਂ ਦੇ, ਤੇ ਮਾਮਾ ਜੀ ਦੀ ਵਾਰੀ ਹੁੰਦੀ ਸੀ ਕਿ ਉਹ ਮੈਨੂੰ ਮਤਲਬ ਚੰਗੀ ਤਰ੍ਹਾਂ ਯਾਦ ਹੈ ਕਿ ਪੀਪੇ ਵਾਲੇ ਬਿਸਕੁਟ ਦੀ ਸਾਨੂੰ ਉਡੀਕ ਹੁੰਦੀ ਸੀ ਕਿ ਉਹ ਆ ਰਿਹਾ ਤੇ ਅਸੀਂ ਚਾਹ ਦੇ ਨਾਲ ਭਿਉਂ ਕੇ ਖਾਣੇ ਆ। ਨਹੀਂ, ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਸਰੀ 'ਚ ਇੱਥੇ ਵੀ ਪੀਪੇ ਵਾਲੇ ਬਿਸਕੁਟ ਮਿਲਦੇ ਆ, ਉਹਦੇ ਉੱਪਰ ਵੀ ਲਿਖਿਆ ਹੁੰਦਾ ਪੀਪੇ ਵਾਲੇ ਬਿਸਕੁਟ, ਹੁਣ ਤੱਕ ਚੱਲਦੇ ਆ। ਬਹੁਤ ਹੀ ਕਾਬਲ ਟੀਮ ਮੈਂਬਰ ਇਸ ਵੇਲੇ ਮੇਰੇ ਨਾਲ ਇੱਥੇ ਸਟੂਡੀਓ ਦੇ ਵਿੱਚ ਨੇ, ਜੋ ਕਿ ਬੜੀਆਂ ਹੀ ਖਾਸ ਬੋਲੀਆਂ ਤਿਆਰ ਕਰਕੇ ਲਿਆਏ। ਜੇ ਉਹਨਾਂ ਨੂੰ ਬੋਲੀਆਂ ਪਾਉਣ ਦਾ ਮੌਕਾ ਨਹੀਂ ਮਿਲਿਆ ਨਾ, ਫਿਰ ਗੱਲ ਅਧੂਰੀ ਰਹਿ ਜਾਣੀ ਹੈ। ਸੋ ਉਹਨਾਂ ਦੀ ਜ਼ੁਬਾਨੀ ਹੁਣ ਬੋਲੀਆਂ ਸੁਣਦੇ ਆ। ਬਾਬਲ ਮੇਰੇ ਨੇ ਬਾਗ ਲਵਾਇਆ, ਬਾਬਲ ਮੇਰੇ ਨੇ ਬਾਗ ਲਵਾਇਆ, ਵਿੱਚ ਬਿਠਾਇਆ ਮਾਲੀ, ਬਈ ਹਰ ਬੂਟੇ ਨੂੰ ਪਾਣੀ ਦਿੰਦਾ, ਬੱਲੇ 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 ਬੱਲੇ, ਹਰ ਬੂਟੇ ਨੂੰ ਪਾਣੀ ਦਿੰਦਾ, ਫੁੱਲ ਲੱਗਦਾ ਹਰ ਡਾਲੀ, ਰੂਪ ਕੁਆਰੀ ਦਾ, ਦਿਨ ਚੜ੍ਹਦੇ ਦੀ ਲਾਲੀ, ਰੂਪ ਕੁਆਰੀ ਦਾ, ਦਿਨ ਚੜ੍ਹਦੇ ਦੀ ਲਾਲੀ, ਰੂਪ ਕੁਆਰੀ ਦਾ। ਬਣ ਠਣ ਕੇ ਮੁਟਿਆਰਾਂ ਆਈਆਂ, ਬਣ ਠਣ ਕੇ ਮੁਟਿਆਰਾਂ ਆਈਆਂ, ਆਈਆਂ ਪਟੋਲਾ ਬਣ ਕੇ, ਬਈ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ, ਕੰਨਾਂ ਦੇ ਵਿੱਚ ਪਿੱਪਲ ਪੱਤੀਆਂ, ਬਾਹੀਂ ਚੂੜਾ ਛਣ ਕੇ, ਗਿੱਧਾ ਕੁੜੀਆਂ ਦਾ, ਵੇਖ ਸ਼ਕੀਨਾ ਖੜ ਕੇ, ਗਿੱਧਾ ਕੁੜੀਆਂ ਦਾ, ਵੇਖ ਸ਼ਕੀਨਾ ਖੜ ਕੇ, ਗਿੱਧਾ ਕੁੜੀਆਂ ਦਾ। ਸਤਿ ਸ਼੍ਰੀ ਅਕਾਲ ਰਿਚਪਾਲ ਜੀ, ਕੀ ਹਾਲ ਚਾਲ? ਠੀਕ ਹੈ ਜੀ, ਤੁਸੀਂ ਦੱਸੋ? ਬਿਲਕੁਲ ਠੀਕ ਠਾਕ। ਬੋਲੀਆਂ ਪਾਉਣੀਆਂ ਅੱਜ ਆਪਾਂ? ਹਾਂਜੀ, ਪਿਛਲੀ ਵਾਰ ਵੀ ਮੈਂ ਬ੍ਰਿਟਿਸ਼ ਕੋਲੰਬੀਆ ਤੇ ਇੱਕ ਬੋਲੀ ਛੱਡੀ ਸੀ, ਮੈਨੂੰ ਪਤਾ ਨਹੀਂ ਉਹ ਕੀ ਬਣਿਆ ਉਹਦਾ। ਅੱਛਾ, ਚਲੋ ਕੋਈ ਗੱਲ ਨਹੀਂ, ਆਪਾਂ ਲਾਈਵ ਬੋਲੀ ਪਾਉਂਦੇ ਹਾਂ ਅੱਜ। ਹਾਂਜੀ ਠੀਕ ਹੈ, ਰੈਡੀ? ਮੈਂ ਤੁਹਾਨੂੰ ਬੀਟ ਦਿੰਨੀ ਆ। ਮਾਏ ਨੀ ਮੈਨੂੰ ਸੂਟ ਸਮਾ ਦੇ, ਮਾਏ ਨੀ ਮੈਨੂੰ ਸੂਟ ਸਮਾ ਦੇ, ਚਾਵਾਂ ਨਾਲ ਹਨਾਵਾਂ, ਉੱਚੀ ਅੱਡੀ ਦੇ ਸੈਂਡਲ ਦੇ, ਅੱਡੀਆਂ ਕੂਚ ਕੇ ਪਾਵਾਂ ਨੀ ਕਰ ਸਹੁਰਿਆਂ ਦੇ, ਬਣ ਕੇ ਮੋਰ ਨੀ ਜਾਵਾਂ ਨੀ ਕਰ ਸਹੁਰਿਆਂ ਦੇ, ਬਣ ਕੇ ਮੋਰ ਨੀ ਜਾਵਾਂ ਨੀ ਕਰ ਸਹੁਰਿਆਂ ਦੇ। ਇੱਕ ਹੋਰ ਪਾਵਾਂ ਜੀ? ਜ਼ਰੂਰ ਪਾਓ ਜੀ, ਜਿੰਨੀਆਂ ਮਰਜ਼ੀ। ਸਾਡੇ ਆਵਾਜ਼ ਨਾ ਪਿੱਪਲ ਸੌਂਦੇ, ਫੁੱਲਾਂ ਆਵਾਜ਼ ਕਲਾਈਆਂ, ਸੱਗੀ ਫੁੱਲ ਸਿਰਾਂ ਤੇ ਗੁੰਦ ਕੇ, ਪੈਰੀ ਝਾਂਜਰਾਂ ਪਾਈਆਂ, ਸੂਬੇਦਾਰਨੀਆਂ ਬਣ ਕੇ ਮਿਲਣ ਆਈਆਂ, ਸੂਬੇਦਾਰਨੀਆਂ ਬਣ ਕੇ ਮਿਲਣ ਆਈਆਂ, ਸੂਬੇਦਾਰਨੀਆਂ।
ਵਾਹ ਜੀ ਵਾਹ, ਬਹੁਤ ਖੂਬ, ਥੈਂਕ ਯੂ ਸੋ ਮਚ, ਬਹੁਤ ਚੰਗਾ ਲੱਗਾ, ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੋਲੀਆਂ ਹੋ ਜਾਣ? ਹਾਂਜੀ ਹਾਂਜੀ, ਹੋ ਜਾਣਗੇ, ਚਲੋ ਜੀ, ਜ਼ਰੂਰ। ਠੀਕ ਆ, ਤੁਹਾਨੂੰ ਮੈਂ ਬੀਟ ਦਿੰਨੀ ਆ, ਤੁਸੀਂ ਫੜੋ। ਇੱਕ ਛੋਟੀ ਬੋਲੀ ਆ, ਉਸ ਤੋਂ ਬਾਅਦ ਵੱਡੀ ਪਾਉਂਗਾ। ਠੀਕ ਹੈ ਜੀ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਖੋਇਆ, ਮੈਨੂੰ ਵਿਆਹ ਦੋ ਮੰਮੀ ਜੀ, ਮੈਂ ਡੈਡੀ ਜਿੱਡਾ। ਪਹਿਲੀ ਵਾਰੀ ਸੁਣੀ। ਅੱਛਾ, ਇਹ ਤਾਂ ਛੋਟੀ ਬੋਲੀ ਸੀ। ਹਾਂਜੀ ਹਾਂਜੀ, ਇੱਕ ਹੁਣ ਵੱਡੀ ਪਾ ਦੋ ਜੀ ਜ਼ਰੂਰ। ਉਹ ਮਾਡਰਨ ਹੈ ਇੱਥੋਂ ਦੀ, ਬੀਟ ਥੋੜੀ ਤੁਹਾਡੀ ਡਿਫਰੈਂਟ ਆ, ਮਤਲਬ ਗਿੱਧੇ ਵਾਲੀ। ਕੋਈ ਗੱਲ ਨਹੀਂ, ਮੈਂ ਕੱਟ ਕਰ ਦਿੰਦੀ ਆ, ਨੋ ਪ੍ਰੋਬਲਮ। ਹਾਂਜੀ ਹਾਂਜੀ, ਗੋ ਅਹੈਡ। ਉਹ ਬਈ ਟੋਲਾ ਟੋਲਾ ਟੋਲਾ, ਵਾਲਮਟ ਨਿਤ ਨਵੀਂ ਆਵੇ ਐਪਲੀਕੇਸ਼ਨ, ਉਹ ਬਈ ਵਾਲਮਟ ਨਿਤ ਨਵੀਂ ਆਵੇ ਐਪਲੀਕੇਸ਼ਨ, ਜੌਬ ਲੈਣ ਦਾ ਲੱਗਿਆ ਰਹਿੰਦਾ ਰੌਲਾ, ਵੀ ਪੁੱਤ ਜੱਟਾਂ ਦਾ ਇੰਟਰਵਿਊ 'ਚੋਂ ਰਹਿ ਗਿਆ, ਉਹ ਬਈ ਪੁੱਤ ਜੱਟਾਂ ਦਾ ਇੰਟਰਵਿਊ 'ਚੋਂ ਰਹਿ ਗਿਆ, ਕਹਿੰਦਾ ਕਿੰਝ ਅੰਗਰੇਜ਼ੀ ਬੋਲਾਂ, ਵੀ ਤੂੰ ਵੀ ਬੁੱਲੀਆਂ 'ਚ ਹੱਸ ਕੇ ਸਾਰ ਗਈ, ਉਹ ਬਈ ਤੂੰ ਵੀ ਬੁੱਲੀਆਂ 'ਚ ਹੱਸ ਕੇ ਸਾਰ ਗਈ, ਦਿਲਦਾਰ ਰੱਖ ਗਈ ਓਲਾ, ਹੁਣ ਮੁੰਡਾ ਭਾਲੇ ਨੌਕਰੀ, ਪਹਿਲਾਂ ਲੱਭਦਾ ਰਿਹਾ ਪਟੋਲਾ। ਵਾਹ ਜੀ ਵਾਹ, ਥੈਂਕ ਯੂ ਚਰਨਜੀਤ, ਸਾਡੀਆਂ ਰੌਣਕਾਂ ਵਿੱਚ ਸ਼ਾਮਲ ਹੋਣ ਲਈ, ਚਾਰ ਚੰਦ ਲਾਉਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਯੂ ਵੈਲਕਮ। ਵੈਸੇ ਕਮਾਲ ਦੇ ਲਿਸਨਰ ਨੇ, ਇੰਨਾ ਟੈਲੈਂਟ ਭਰਿਆ ਹੋਇਆ। ਆਪਾਂ ਕਹਿੰਦੇ ਸੀ ਕਿਸੇ ਨੂੰ ਬੋਲੀਆਂ ਨਹੀਂ ਆਉਂਦੀਆਂ, ਦੇਖੋ ਬੋਲੀਆਂ ਤੇ ਬੋਲੀਆਂ ਪੈ ਰਹੀਆਂ ਨੇ। ਹਾਂ, ਇਸ ਵੇਲੇ ਦਰਸ਼ਨ ਜੀ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਕਹਿੰਦੇ ਆ। ਹੈਲੋ ਦਰਸ਼ਨ ਜੀ। ਸਤਿ ਸ਼੍ਰੀ ਅਕਾਲ ਦਰਸ਼ਨ ਜੀ। ਬੋਲੀ ਪਾਉਣੀ ਇੱਕ ਪਾਵਾਂ? ਜ਼ਰੂਰ ਪਾਓ ਜੀ, ਦੋ ਪਾਓ। ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮਣ, ਕਦੇ ਨਾ ਖਾਦੇ ਤੇਰੇ ਰਸ ਪੇੜੇ, ਹੁੰਦਾ ਟੁੰਬਾ ਵੱਜਦਾ ਵੇ ਜਾਲਮਾਂ ਵਿੱਚ ਵੇੜੇ, ਟੁੰਬਾ ਵੱਜਦਾ ਵੇ ਜਾਲਮਾਂ ਵਿੱਚ ਵੇੜੇ, ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮਣ, ਕਦੇ ਨਾ ਖਾਦਾ ਵਿਕੜਾ ਕਰਕੇ, ਛੱਡ ਗਿਆ ਜਾਲਮਾ ਬੇਬੀਆ ਕਰਕੇ, ਬੇਬੀਆ। ਦਰਸ਼ਨ ਜੀ। ਤਰਵੇ ਤਰਵੇ ਤਰਵੇ, ਮੇਰੇ ਸਾਹਮਣੇ ਗਲੀ ਦੇ ਵਿੱਚ ਘਰ ਵੇਖ ਪਿੱਪਲ ਨਿਸ਼ਾਨੀਆਂ, ਮਾਈ ਵੇਖ ਪਿੱਪਲ ਨਿਸ਼ਾਨੀਆਂ, ਤਰਵੇ ਤਰਵੇ ਤਰਵੇ, ਮੇਰੇ ਸਾਹਮਣੇ ਗਲੀ ਮੈਨੂੰ ਲੰਮੀ ਵੇਖ ਕੇ ਨਾ ਡਰ ਵੇ ਕਿ ਉਮਰ ਨਿਆਣੀਆਂ, ਮਾਈ ਵੇਖ ਕਿ ਉਮਰ ਨਿਆਣੀਆਂ। ਸਤਿ ਸ਼੍ਰੀ ਅਕਾਲ। ਵਾਹ ਜੀ ਵਾਹ। ਦਰਸ਼ਨ ਜੀ, ਤੁਸੀਂ ਤੀਆਂ ਬਾਰੇ ਸਾਨੂੰ ਥੋੜਾ ਜਿਹਾ ਦੱਸੋ, ਕਦੇ ਦੇਖੀਆਂ ਨੇ ਤੀਆਂ? ਤੀਆਂ ਤਾਂ ਬਹੁਤ, ਸਾਡੇ ਪਿੰਡ ਮੈਂ 74 ਸਾਲ ਦੀ ਉਮਰ ਹੋ ਗਈ ਆ, ਪੀਂਘਾਂ ਪਿੱਪਲਾਂ 'ਚ ਪਾਈ ਦੀ ਸੀ, ਪੱਤੇ ਤੋੜ ਕੇ ਲਿਆਈ ਦੀ ਸੀ ਮੂੰਹ ਦੇ ਨਾਲ। ਅੱਛਾ, ਔਰ ਕਿੰਨੇ ਦਿਨ ਚੱਲਦੀਆਂ ਹੁੰਦੀਆਂ ਸੀ ਤੀਆਂ ਜਦੋਂ ਪਾਉਂਦੇ ਸੀ? ਸਾਰਾ ਮਹੀਨਾ ਹੀ, ਸਾਰਾ ਮਹੀਨਾ ਰੌਣਕਾਂ ਲੱਗਦੀਆਂ ਸੀ। ਵਾਹ ਜੀ ਵਾਹ। ਸਾਡੇ ਘਰ ਦੇ ਨੇੜੇ ਪਿੱਪਲ ਹੁੰਦਾ ਸੀਗਾ, ਉਹਦੇ ਮੋਰੇ ਰਾਤ ਨੂੰ, ਉਦੋਂ ਤਾਂ ਬਿਜਲੀ ਵੀ ਨਾ ਸੀ ਹੁੰਦੀ। ਹਾਂਜੀ, ਰਾਤ ਨੂੰ ਸਾਰੀਆਂ ਬਹੁਤੀਆਂ ਕੁੜੀਆਂ ਨੇ ਇਕੱਠੇ ਹੋ ਕੇ ਜਾਣਾ, ਅਸੀਂ ਵੀ ਨਿੱਕੀ ਨਿੱਕੀਆਂ ਹੁੰਦੀਆਂ ਸੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਰਸ਼ਨ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਆਪਣੀਆਂ ਯਾਦਾਂ ਤਾਜ਼ਾ ਕਰਨ ਦਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਹੋਰ ਬੋਲੀਆਂ ਪਾਉਂਦੇ ਹਾਂ। ਜਾਣ ਤੋਂ ਪਹਿਲਾਂ ਇੱਕ ਬੋਲੀ ਪਾ ਦਈਏ ਆਪਾਂ? ਜ਼ਰੂਰ, ਚਲੋ ਬਣ ਟਣ ਕੇ। ਹਾਂਜੀ ਜ਼ਰੂਰ। ਆਉਂਦੀ ਕੁੜੀਏ ਜਾਂਦੀ ਕੁੜੀਏ, ਆਉਂਦੀ ਕੁੜੀਏ ਜਾਂਦੀ ਕੁੜੀਏ, ਪਿਪਲੀ ਪਿੰਗਾ ਪਾਈਆਂ, ਬਈ ਗਿੱਧੇ 'ਚ ਧਮਾਲ ਮਚ ਗਈ, ਜਦੋਂ ਨੱਚੀਆਂ ਨਣਦ ਭਰਜਾਈਆਂ, ਬਈ ਗਿੱਧੇ 'ਚ ਧਮਾਲ ਮਚ ਗਈ, ਜਦੋਂ ਨੱਚੀਆਂ ਨਣਦ ਭਰਜਾਈਆਂ, ਬਈ ਗਿੱਧੇ 'ਚ ਧਮਾਲ ਮਚ ਗਈ। ਐਵੇਂ ਸ਼ੌਕ ਦਾ ਵੇ, ਲੰਬੀ ਵਾਕ ਦਾ ਵੇ, ਇੱਕ ਗੇੜਾ ਲਵਾ ਦੇ ਵਾਈਟ ਰੌਕ ਦਾ ਵੇ, ਇੱਕ ਗੇੜਾ ਲਵਾ ਦੇ ਵਾਈਟ ਰੌਕ ਦਾ ਵੇ, ਉਹ ਮੁੰਡਾ ਬਾਹਰ ਦਾ ਵੇ, ਪਟੋਲੋ ਪਾਰ ਦਾ ਵੇ, ਰਹਿੰਦਾ ਗੇੜੇ ਸਰੀ ਦੇ ਨਿਤ ਮਾਰਦਾ ਵੇ, ਰਹਿੰਦਾ ਗੇੜੇ ਸਰੀ ਦੇ ਨਿਤ ਮਾਰਦਾ ਵੇ। ਇੱਥੋਂ ਦੀ ਲਾਈਫ ਤੇ ਹੈ ਨਾ ਬੋਲੀਆਂ, ਇਟਸ ਅਮੇਜ਼ਿੰਗ। ਔਰ ਤੁਸੀਂ ਕਿਸ ਤਰ੍ਹਾਂ ਰਿਲੇਟ ਕਰ ਸਕਦੇ ਹੋ? ਮੇ ਬੀ ਇਹੀ ਤਰੀਕਾ ਹੈ ਸ਼ਾਇਦ ਨੌਜਵਾਨਾਂ ਨੂੰ ਨਾਲ ਜੋੜਨ ਦਾ, ਹੈ ਨਾ, ਕਿਉਂਕਿ ਬੋਲੀਆਂ ਜਿਨ੍ਹਾਂ ਨਾਲ ਉਹ ਰਿਲੇਟ ਕਰ ਸਕਣ। ਕਈ ਚੀਜ਼ਾਂ ਜਿਹੜੀਆਂ ਪੁਰਾਣੀਆਂ ਨੇ, ਜਿਹੜੇ ਅਲਫਾਜ਼ ਪੁਰਾਣੇ ਨੇ, ਜਿਹਨਾਂ ਚੀਜ਼ਾਂ ਦਾ ਮੈਂਸ਼ਨ ਕੀਤਾ ਜਾਂਦਾ ਬੋਲੀਆਂ ਦੇ ਵਿੱਚ, ਹੋ ਸਕਦਾ ਉਹਨਾਂ ਨਾਲ ਕੋਈ ਵਾਕਫ ਹੀ ਨਾ ਹੋਵੇ ਅੱਜ ਦੇ ਜ਼ਮਾਨੇ ਵਿੱਚ। ਸੋ ਮੇ ਬੀ ਦਿਸ ਇਜ਼ ਦ ਵੇ ਟੂ ਡੂ ਇਟ। ਜਗਦੇਵ ਜੀ, ਸਾਨੂੰ ਸ਼ਿਕਾਇਤ ਇਹ ਕਿ ਕੁੜੀਆਂ ਬਹੁਤ ਘੱਟ ਕਾਲਾਂ ਕਰ ਰਹੀਆਂ ਨੇ ਸਾਨੂੰ, ਸੋ ਕਾਲਾਂ ਕਰੋ, ਕਿਉਂਕਿ ਤੁਹਾਡੇ ਨਾਲ ਇਹ ਨਾਰਾਜ਼ਗੀ ਹੈ ਕਿ ਮੁੰਡਿਆਂ ਨੂੰ ਜ਼ਿਆਦਾ ਬੋਲੀਆਂ ਆਉਂਦੀਆਂ। ਕੀ ਇਹ ਸੱਚ ਹੈ? ਆਈ ਡੋਂਟ ਨੋ, prove them wrong। 604-501-80915 ਸਾਡਾ ਫੋਨ ਨੰਬਰ, 604-561-0915। ਹੈਲੋ ਪ੍ਰੀਤੀ। ਹਾਈ ਹਾਈ ਪ੍ਰੀਤੀ, ਹਾਊ ਆਰ ਯੂ? ਬੋਲੀ ਪਾਉਣੀ ਪੈਣੀ।
ਮੈਂ ਕਿਹਾ ਕੁੜੀਆਂ ਨਹੀਂ ਆ ਰਹੀਆਂ, ਮੈਂ ਆ ਜਾਵਾਂ ਫਿਰ। ਇਹ ਨਾਰਾਜ਼ਗੀ ਜਿਹੜੀ ਕੁੜੀਆਂ ਨਾਲ ਹੈ ਨਾ, ਚੈਲੰਜ ਐਕਸੈਪਟ ਹੋ ਗਿਆ। ਹਾਂਜੀ, ਮਿਊਜ਼ਿਕ ਦੇਵਾਂ ਕਿ ਬਿਨਾਂ ਮਿਊਜ਼ਿਕ ਤੋਂ? ਬਿਨਾਂ ਮਿਊਜ਼ਿਕ ਤੇ। ਚਲੋ ਜੀ, ਠੀਕ ਆ, ਸਾਊਂਡਸ ਗੁੱਡ, ਹੋ ਜਾਓ ਸ਼ੁਰੂ। ਨੂੰ ਤਾਂ ਗਈ ਸੀ ਤੀਆਂ ਤੇ ਪੇਕੇ, ਨੂੰ ਤਾਂ ਗਈ ਸੀ ਤੀਆਂ ਤੇ ਪੇਕੇ, ਸੱਸ ਘਰੇ ਸੀ ਕੱਲੀ, ਬਈ ਬਾਪੂ ਜੀ ਤੋਂ ਅੱਖ ਬਚਾ ਕੇ, ਬਾਪੂ ਜੀ ਤੋਂ ਅੱਖ ਬਚਾ ਕੇ ਮੇਕਅਪ ਵੱਲ ਹੋ ਚੱਲੀ, ਬਈ ਸੁਰਖੀ ਬਿੰਦੀ ਪਾਊਡਰ ਲਾ ਕੇ, ਸੁਰਖੀ ਬਿੰਦੀ ਪਾਊਡਰ ਲਾ ਕੇ, ਨੇਤਰ ਕਰ ਲੈ ਟੇਡੇ, ਪੱਟੀ ਫੈਸ਼ਨ ਨੇ, 70 ਸਾਲ ਦੀ ਬੇਬੇ ਪੱਟੀ ਫੈਸ਼ਨ ਨੇ, 70 ਸਾਲ ਦੀ ਬੇਬੇ ਪੱਟੀ ਫੈਸ਼ਨ ਨੇ। ਵਾਹ ਜੀ ਵਾਹ, ਕਮਾਲ ਕਰਤਾ। ਤੁਹਾਡੀਆਂ ਕਿਹੜੀਆਂ ਯਾਦਾਂ ਨੇ ਪ੍ਰੀਤੀ, ਜਿਹੜੀਆਂ ਤੀਆਂ ਦੇ ਨਾਲ ਜੁੜੀਆਂ ਹੋਣੀਆਂ? ਸੁਣਿਆ ਹੋਵੇ ਤੀਆਂ ਬਾਰੇ? ਤੀਆਂ ਬਾਰੇ ਸੁਣਿਆ ਹੈ, ਪਰ ਇਹੀ ਮਤਲਬ ਕੋਈ ਏਦਾਂ ਖਾਸ ਯਾਦ ਨਹੀਂ ਹੈ। ਜਿੱਦਾਂ ਇਹ ਯੂਜਲੀ ਟਾਈਮ ਹੁੰਦਾ ਸੀ ਸਮਰ ਬ੍ਰੇਕ ਤਾਂ ਅਸੀਂ ਯੂਜਲੀ ਨਾਨਕੇ ਹੀ ਹੋਈਦਾ ਸੀਗਾ। ਹਾਂਜੀ, ਪਰ ਐਸਾ ਸਪੈਸ਼ਲ ਨਹੀਂ ਕੋਈ ਏਦਾਂ ਯਾਦ ਹੈਗੀ ਕਿ ਅਸੀਂ ਮਨਾਇਆ ਹੈ। ਇੱਧਰ ਆ ਕੇ ਜ਼ਿਆਦਾ, ਸਰੀ ਆ ਕੇ ਜ਼ਿਆਦਾ ਦੇਖਿਆ, ਤਾਂ ਮੈਨੂੰ ਲੱਗਦਾ ਇੱਧਰ ਆ ਕੇ ਕਲਚਰ ਨਾਲ ਜ਼ਿਆਦਾ ਜੁੜਨ ਦਾ ਮੌਕਾ ਮਿਲਿਆ। ਬਿਲਕੁਲ, ਆਈ ਥਿੰਕ ਇਹ ਸਰੀ ਦੀ ਦੇਣ ਹੈ। ਔਰ ਇੱਥੇ ਜਿਹੜੇ ਲੋਕ ਰਹਿ ਰਹੇ ਨੇ, ਦੇ ਟਰਾਈ ਵੈਰੀ ਹਾਰਡ ਕਿ ਆਪਣੀਆਂ ਟ੍ਰੈਡੀਸ਼ਨਸ ਨੂੰ ਮਿਊਜ਼ਿਕ ਰਾਹੀਂ, ਕਲਾ ਰਾਹੀਂ ਜ਼ਿੰਦਾ ਰੱਖਿਆ ਜਾ ਸਕੇ। ਉਹ ਬੜੀ ਖੂਬਸੂਰਤੀ ਨਾਲ ਆਪਾਂ ਜ਼ਿੰਦਾ ਰੱਖਿਆ ਵੀ ਹੈ। ਐਬਸੋਲੂਟਲੀ। ਇੱਕ ਹੋਰ ਬੋਲੀ ਪਾਉਣੀ ਆ ਤਾਂ ਪਲੀਜ਼ ਪਾ ਸਕਦੇ ਹੋ। ਮੈਂ ਜੁਆਇਨ ਕਰਾਂ? ਸ਼ੁਰੂ ਕਰ ਦਿਓ। ਮੈਂ ਉਦਾਂ ਹੀ ਗਾ ਦਿੰਦੀ ਜਿੱਦਾਂ ਆਪਾਂ ਗੱਲ ਕਰਦੇ ਸੀ ਕਿ ਸੱਸਾਂ ਦੇ ਜੋ ਵੀ ਫਰਸਟ੍ਰੇਸ਼ਨ ਹੁੰਦੀ ਸੀ ਨੂੰਹਾਂ ਦੀ ਉਹ ਕੱਢਦੇ ਸੀ, ਆਪਾਂ ਉਹਦੇ ਉੱਤੇ ਗਾ ਦਿੰਦੇ ਹਾਂ, ਉਦਾਂ ਹੀ ਪਾ ਦਿੰਦੇ ਬੋਲੀ। ਠੀਕ ਆ, ਚਲੋ ਤੁਹਾਡਾ ਸਾਥ ਦੇ ਰਹੇ ਹਾਂ ਜੀ ਅਸੀਂ ਸਾਰੇ। ਆਪ ਤਾਂ ਚੱਲ ਗਿਆ ਨੌਕਰੀ, ਮਾਂ ਨੂੰ ਦੇ ਗਿਆ ਘੜੀ, ਆਪ ਤਾਂ ਚੱਲ ਗਿਆ ਨੌਕਰੀ, ਮਾਂ ਨੂੰ ਦੇ ਗਿਆ ਘੜੀ, ਨੀ ਮਾਂ ਤੇਰੀ ਟਾਈਮ ਦੇਖ ਕੇ ਲੜੀ, ਨੀ ਮਾਂ ਤੇਰੀ ਟਾਈਮ ਦੇਖ ਕੇ ਲੜੀ, ਨੀ ਮਾਂ ਤੇਰੀ ਟਾਈਮ ਦੇਖ ਕੇ ਲੜੀ। ਥੈਂਕ ਯੂ ਪ੍ਰੀਤੀ, ਥੈਂਕ ਯੂ ਸੋ ਮਚ। ਹੈਲੋ ਸੁਖਦੇਵ ਜੀ। ਹੈਲੋ ਜੀ। ਹਾਂ, ਹੁਣ ਆਈ ਤੁਹਾਡੀ ਆਵਾਜ਼ ਬਿਲਕੁਲ ਕਲੀਅਰ। ਉਹ ਮੈਂ ਤੁਹਾਨੂੰ ਤੀਆਂ ਬਾਰੇ ਦੱਸਣਾ ਸੀ ਜੀ। ਜੀ ਜ਼ਰੂਰ। ਸਾਡੇ ਪਿੰਡ ਤੀਆਂ ਲੱਗਦੀਆਂ ਹੁੰਦੀ, ਸਾਡਾ ਪਿੰਡ ਬਹੁਤ ਵੱਡਾ ਸੀ। ਹਾਂਜੀ। ਜਦੋਂ ਸਾਉਣ ਚੜ ਜਾਂਦਾ, ਮੱਸਿਆ ਹੋ ਜਾਂਦੀ ਸਾਉਣ ਦੇ ਮਹੀਨੇ, ਤੇ ਫਿਰ ਤੀਜ ਦੀਆਂ ਤੀਆਂ ਲੱਗਦੀਆਂ ਸੀ ਜੀ ਉੱਥੇ ਸਾਡੇ ਪਿੰਡਾਂ ਵੱਲ। ਕਿਹੜਾ ਪਿੰਡ ਹੈ ਤੁਹਾਡਾ ਜੀ? ਸਾਡਾ ਪਿੰਡ, ਮੇਰੇ ਪੇਕਾ ਪਿੰਡ ਹੈ ਜੀ ਦੋਦਾ, ਮੁਕਤਸਰ ਸਾਹਿਬ ਦੇ ਕੋਲ। ਅਰੇ ਵਾਹ, ਮੈਂ ਮੁਕਤਸਰ ਦੀ ਹਾਂ ਸੁਖਦੇਵ ਕੌਰ ਜੀ, ਮੇਰਾ ਬਰਥ ਮੁਕਤਸਰ ਦਾ। ਅੱਛਾ ਜੀ, ਦੋਦਾ ਪਿੰਡ ਹੈ ਜੀ, ਬਹੁਤ ਵੱਡਾ ਪਿੰਡ ਹੈ ਸਾਡਾ। ਤੇ ਸਾਡੇ ਸਾਰੇ ਪਿੰਡ ਦੀਆਂ ਤੀਆਂ ਜੀ ਇੱਕ ਥਾਂ ਲੱਗਦੀਆਂ ਸੀ, ਤੇ ਅਸੀਂ ਫਿਰ ਸਾਰੀਆਂ ਕੁੜੀਆਂ ਜਾਂਦੀਆਂ। ਸਾਡੇ ਪਿੰਡ ਦੇ ਕੋਲ ਕੌਣੀ ਦੀਆਂ ਕੁੜੀਆਂ ਵੀ ਸਾਡੇ ਪਿੰਡ ਤੀਆਂ ਵੇਖਣ ਆਉਂਦੀਆਂ। ਅੱਛਾ। ਹਾਂਜੀ, ਤੇ ਤੀਜ ਦੀਆਂ ਤੀਆਂ ਲੱਗਦੀਆਂ ਇੱਥੇ ਤਾਂ ਜੀ। ਹੁਣ ਮਹੀਨਾ ਜੇਠ ਦਾ ਫਿਰਦਾ ਹੁੰਦਾ, ਤੀਆਂ ਲਾ ਕੇ ਬਹਿ ਜਾਂਦੇ। ਤੀਆਂ ਤਾਂ ਸਾਉਣ 'ਚ ਹੀ ਹੁੰਦੀਆਂ, ਸਾਉਣ 'ਚ ਹੀ ਹੁੰਦੀਆਂ। ਵਾਕਈ ਗੱਲ ਤਾਂ ਠੀਕ ਹੈ। ਪੁਰਾਣੇ ਜਿਹੜੇ ਰੀਤੀ ਰਿਵਾਜ ਨਾ, ਸਾਉਣ 'ਚ ਤੀਆਂ ਹੁੰਦੀਆਂ। ਤੇ ਤੀਜ ਦੀਆਂ ਜਦੋਂ ਮੱਸਿਆ ਲੰਘੀ ਨੂੰ ਤੀਜਾ ਦਿਨ ਹੋਵੇ, ਚੰਦ ਤੀਜ ਦਾ ਚੜ੍ਹਦਾ, ਫਿਰ ਤੀਆਂ ਲੱਗਦੀਆਂ। ਹਾਂਜੀ ਬਿਲਕੁਲ। ਤੇ ਅਸੀਂ ਤੀਜ ਦੀਆਂ ਤੀਆਂ ਲਾਉਂਦੀਆਂ। ਤੀਜ ਦੀਆਂ ਤੀਆਂ ਲਾ ਕੇ ਅਸੀਂ 14 ਦਿਨ ਤੀਆਂ ਲਾਉਂਦੀਆਂ। ਫਿਰ ਪੁੰਨਿਆ ਆਉਂਦੀ, ਪੁੰਨਿਆ ਵਾਲੇ ਦਿਨ ਫਿਰ ਅਸੀਂ ਪਹਿਲਾਂ ਸੰਮੀ ਪਾਉਂਦੀਆਂ, ਸੰਮੀ ਤੋਂ ਮਗਰੋਂ ਪਾਉਂਦੀਆਂ ਬੱਲੋ। ਹਾਂਜੀ, ਬੱਲੋ ਪਾ ਕੇ ਜੀ ਫਿਰ ਅਸੀਂ ਤੀਆਂ ਦੀ ਸਮਾਪਤੀ ਕਰਦੀਆਂ। ਤੇ ਫਿਰ ਰੱਖੜੀ ਆ ਜਾਂਦੀ, ਅਗਲੇ ਦਿਨ ਰੱਖੜੀ ਬੰਨ੍ਹ ਕੇ ਸਹੁਰਿਆਂ ਨੂੰ ਜਾਂਦੀਆਂ। ਹਾਂ, ਦੇਖਿਆ, ਅਸਲ ਟ੍ਰੈਡੀਸ਼ਨ ਇਹ ਆ। ਹਾਂਜੀ, ਤੇ ਟੂਮਾ ਛੱਲੇ ਸਾਰੇ ਤੀਆਂ ਤੇ ਪਾ ਕੇ ਆਉਂਦੀਆਂ। ਪਿੱਪਲ ਸਾਡੇ ਦਾਲੇ ਕੋਲੇ ਛੱਪੜ ਸੀ, ਪਿੱਪਲ ਹੁੰਦਾ ਸੀ ਕੋਲੇ, ਖੂਹ ਸੀ ਉੱਥੇ। ਫਿਰ ਸਾਡੀਆਂ ਬਹੁਤ ਪਿੱਪਲਾਂ ਤੇ ਪੀਂਘਾਂ ਪਾਈਆਂ ਸੀ, ਬਹੁਤ ਹੀ ਝੂਟੇ। ਵਾਹ ਜੀ ਵਾਹ। ਔਰ ਤੁਹਾਡੀਆਂ ਉਹ ਯਾਦਾਂ ਅੱਜ ਅਸੀਂ ਤਾਜ਼ਾ ਕਰ ਦਿੱਤੀਆਂ ਲੱਗਦੀਆਂ ਨੇ। ਹਾਂਜੀ, ਉਹ ਯਾਦਾਂ ਯਾਦ ਕਰਾਤੀਆਂ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੁਖਦੇਵ ਜੀ, ਥੈਂਕ ਯੂ ਸੋ ਮਚ। ਸਮਾਂ ਅਨਫੋਰਚੂਨੇਟਲੀ ਥੋੜਾ ਹੁਣ ਤਾਂ ਤੁਸੀਂ ਕੁੜੀਆਂ ਹੁਣ ਦੇ ਜਮਾਨੇ 'ਚ ਤੀਆਂ ਆਹ ਬੋਲੀਆਂ ਹੋਰ ਹਿਸਾਬ ਤੇ ਪਾਉਂਦੀਆਂ। ਅਸੀਂ ਤਾਂ ਨਾ ਵੀਰਾਂ ਦੀਆਂ ਬੋਲੀਆਂ ਹੀ ਪਾਉਂਦੀਆਂ ਆਦੀਆਂ। ਸੌਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ। ਬਿਲਕੁਲ ਬਿਲਕੁਲ। ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ ਤੀਆਂ ਤੀਜ ਦੀਆਂ। ਅਸੀਂ ਇਹੋ ਜਿਹੀਆਂ ਉਹਨਾਂ ਦੇ ਟਾਈਮਾਂ 'ਚ ਪੁੱਤ ਬੋਲੀਆਂ ਪਾਉਂਦੀਆਂ ਸਾਂ। ਸੁਖਦੇਵ ਜੀ, ਤੁਸੀਂ ਸੰਮੀ ਦੀਆਂ ਬੋਲੀਆਂ ਆਉਂਦੀਆਂ ਹੋਣਗੀਆਂ ਤੁਹਾਨੂੰ, ਤੁਸੀਂ ਇੱਕ ਸਾਨੂੰ ਸੁਣਾ ਸਕਦੇ ਹੋ ਸੰਮੀ ਦੀ ਬੋਲੀ? ਸੰਮੀ ਮੈਂ ਯਾਦ ਕਰ ਲੂੰਗੀ ਜਿੱਦੇ ਤੁਹਾਡਾ ਫੇਰ ਪ੍ਰੋਗਰਾਮ ਜ਼ਰੂਰ। ਥੈਂਕ ਯੂ ਸੁਖਦੇਵ ਜੀ। ਸੰਮੀ ਦੀਆਂ ਬੋਲੀਆਂ ਤੋਂ ਮਗਰੋਂ ਫਿਰ ਜੀ ਅਸੀਂ ਬੱਲੋ ਪਾਉਣੀ ਦੂਜੇ ਦਿਨ। ਫਿਰ ਸਾਨੂੰ ਉੱਥੇ ਬਹੁਤ ਰਾਤ ਹੋ ਜਾਣੀ, ਟਾਈਮ ਹੋ ਜਾਣਾ, ਫਿਰ ਘਰਾਂ ਨੂੰ ਆਉਂਦੀਆਂ। ਬਹੁਤ ਖਾਸ ਯਾਦਾਂ ਨੇ ਸੁਖਦੇਵ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਸਾਂਝੀਆਂ ਕਰਨ ਦਾ ਯਾਦਾਂ। ਤੁਹਾਡਾ ਵੀ ਥੈਂਕ ਯੂ, ਧੰਨਵਾਦ। ਉਹ ਬਾਰੀ ਬਰਸੀ ਖੱਟਣ ਗਏ ਸੀ, ਖੱਟ ਕੇ ਲਿਆਂਦੀ ਚੂਰੀ, ਇਸ ਵਾਰ ਤਾਂ ਉੱਤੋਂ ਆਇਆ ਇੱਕ ਫਰਮਾਨ ਜ਼ਰੂਰੀ।
ਮਾਸਕ ਲਾ ਕੇ ਪਾਓ ਬੋਲੀਆਂ 6 ਫੁੱਟ ਰੱਖਿਓ ਦੂਰੀ ਸੇਖੋਂ ਸਾਰੇ ਸਮਝ ਲਿਓ ਜੀ ਸਮਿਆਂ ਦੀ ਮਜਬੂਰੀ ਆਉਂਦੀਆਂ ਤੀਆਂ ਨੂੰ ਕਸਰ ਕਰਾਂਗੇ ਪੂਰੀ ਆਉਂਦੀਆਂ ਤੀਆਂ ਨੂੰ ਕਸਰ ਕਰਾਂਗੇ ਪੂਰੀ ਆਉਂਦੀਆਂ ਤੀਆਂ ਨੂੰ। ਸੱਚੀ ਵੈਸੇ ਵਕਤ ਦੀ ਮਜਬੂਰੀ ਹਮੇਸ਼ਾ ਰਹਿ ਜਾਂਦੀ ਹੈ। ਐਂ ਲੱਗਦਾ ਹੁੰਦਾ ਬਹੁਤ ਟਾਈਮ ਹੈ ਪਰ ਟਾਈਮ ਹੈ ਨਹੀਂ। ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀਆਂ ਸਾਰਿਆਂ ਦੀਆਂ ਕਾਲਸ ਲਈਆਂ ਜਾ ਸਕਣ। ਜੇ ਨਹੀਂ ਲਈਆਂ ਤਾਂ ਮਾਫੀ ਮੰਗਦੀ ਹਾਂ। ਹਰਜਸ ਇਸ ਵੇਲੇ ਸਾਡੇ ਨਾਲ ਨੇ। ਹੈਲੋ ਹਰਜਸ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਬੋਲੀ ਪਾਉਣਾ ਚਾਹੁੰਦੇ ਹੋ? ਹਾਂਜੀ ਜ਼ਰੂਰ, ਗੋ ਹੈਡ। ਸ਼ਾਮ ਸਵੇਰੇ ਉੱਠਦੀ ਬਹਿੰਦੀ, ਸ਼ਾਮ ਸਵੇਰੇ ਉੱਠਦੀ ਬਹਿੰਦੀ, ਹਰ ਪਲ ਧੀਏ ਧੀਏ ਕਹਿੰਦੀ, ਹਰ ਪਲ ਧੀਏ ਧੀਏ ਕਹਿੰਦੀ, ਮੈਂ ਤਿਉੜੀ ਨਾ ਪਾਵਾਂ ਤਦ ਮੇਰੀ ਮਾਂ ਵਰਗੀ ਪੇਕੇ ਕਾਸ ਨੂੰ ਜਾਵਾਂ। ਹਾਏ ਵੈਰੀ ਨਾਈਸ, ਬਿਊਟੀਫੁਲ ਬਿਊਟੀਫੁਲ। ਥੈਂਕ ਯੂ ਹਰਜਸ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। that was beautiful। ਇੱਕ ਹੋਰ ਕਾਲ ਲੈ ਲੈਂਦੇ ਹਾਂ ਤੇ ਉਸ ਤੋਂ ਬਾਅਦ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ। ਹੈਲੋ ਰੂਬਨਦੀਪ। ਹੈਲੋ ਹਾਂਜੀ ਮੈਮ ਕਿੱਦਾਂ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰੂਬਨਦੀਪ ਆਪਣੇ ਕੋਲ ਟਾਈਮ ਹੈ ਨੀਗਾ, 3 ਵੱਜ ਚੁੱਕੇ, ਫਟਾਫਟ ਬੋਲੀ ਪਾ ਦਈਏ। ਹਾਂਜੀ ਮੈਮ। ਵਾਰੀ ਵਰਸੀ ਖੱਟਣ ਗਿਆ ਸੀ, ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਰੂ, ਥੋੜੀ ਥੋੜੀ ਮੈਂ ਵਿਗੜੀ ਬਹੁਤ ਵਿਗੜ ਗਿਆ ਤੂੰ, ਥੋੜੀ ਮੈਂ ਵਿਗੜੀ ਬਹੁਤ ਵਿਗੜ ਗਿਆ ਤੂੰ। ਥੈਂਕ ਯੂ ਰੂਬਨ, ਥੈਂਕ ਯੂ ਸੋ ਮਚ। ਥੈਂਕ ਯੂ ਬਾਏ। ਬਹੁਤ ਹਿੰਮਤ ਚਾਹੀਦੀ ਹੁੰਦੀ ਹੈ ਕਾਲ ਕਰਕੇ ਲਾਈਵ ਬੋਲੀ ਪਾਉਣੀ। ਮੇਰੇ 'ਚ ਤਾਂ ਇਹ ਹਿੰਮਤ ਨਹੀਂ ਹੈ। ਕਮਲਜੀਤ ਜੀ 'ਚ ਹੈ ਸ਼ਾਇਦ। ਹੈਲੋ ਕਮਲਜੀਤ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਗਿੱਧਾ ਪਾਉਣ ਨੂੰ ਤਿਆਰ ਹੋ ਰਹੀ ਛੇਤੀ ਛੇਤੀ। ਹਾਂਜੀ ਬਿਲਕੁਲ ਰੈਡੀ। ਤਾੜੀ ਜ਼ਰੂਰ ਮਾਰਨੀ ਆ। ਜ਼ਰੂਰ ਮਾਰ ਰਹੇ ਹਾਂ ਅਸੀਂ, ਤਿਆਰ। ਸ਼ੈਲ ਸ਼ੋਭੀਲਾ ਗੱਭਰੂ ਜੱਟਾਂ ਦਾ ਪੁੱਤ ਸ਼ੈਲ ਸ਼ੋਭੀਲਾ ਦੀ ਲੰਘ ਗਿਆ ਚੁੱਪ ਕਰਕੇ, ਕਿਉਂ ਲੈ ਗਿਆ ਕਾਲ ਜਾ ਰੁਗ ਭਰ ਕੇ, ਕਿਉਂ ਲੈ ਗਿਆ ਕਾਲ ਜਾ ਰੁਗ ਭਰ ਕੇ। ਥੈਂਕ ਯੂ ਕਮਲਜੀਤ ਜੀ। ਟਾਈਮ ਹੈ ਨੀਗਾ, ਕੱਲ ਨੂੰ ਪਾਈਏ। ਥੈਂਕ ਯੂ ਕਮਲਜੀਤ ਜੀ। ਸੌਰੀ, ਮਾਫੀ ਮੰਗਦੀ ਹਾਂ ਉਹਨਾਂ ਸਾਰੇ ਕਾਲਰਸ ਤੋਂ ਜੋ ਇਸ ਵੇਲੇ ਕਾਲਸ ਕਰ ਰਹੇ ਨੇ। ਘੜੀ ਦਾ ਇਸ਼ਾਰਾ ਹੈ 3:01 ਹੋ ਚੁੱਕੇ ਹੈ। ਦੇਰੀ ਹੋ ਗਈ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦੇ ਵਿੱਚ, ਪਰ ਜਾਣ ਤੋਂ ਪਹਿਲਾਂ ਮੈਂ ਆਪਣੇ ਸਾਰੇ ਟੀਮ ਮੈਂਬਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਾਈਆਂ। ਥੈਂਕ ਯੂ ਲੇਡੀਜ਼, ਥੈਂਕ ਯੂ। ਜਗਦੇਵ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ।